ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਕਜ ਬੰਧਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਰਾਮ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਨੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਦੋਹਰਾ ਪਿਓ ਇਕੱਤਰ ਸਗਲ ਗੁਰ ਡੇਰਾ ਮਿਲਿਓ ਜਾਏ ਚਰਣਾ ਬੁਝਹੀਰਾ हाथ बांध कर बिने बखानी महाराज तुमरी रजधानी ਵਾਹਿਗੁਰੂ जी का खालसा वाहिगुरु जी की फतेह। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਪ੍ਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਸਾਲੀ ਨਗਰ ਤੋਂ ਸ਼ਿਕਾਰ ਖੇਡਣ ਗਏ ਤੇ ਅੱਗੇ ਇੱਕ ਭੰਬੋਰ ਸ਼ਹਿਰ ਦਾ ਰਾਜਾ ਮਿਲ ਗਿਆ। ਉਹ ਸਤਿਗੁਰਾਂ ਨੂੰ ਆਪਣੇ ਇਲਾਕੇ ਵਿੱਚ ਲੈ ਗਿਆ। ਸਤਿਗੁਰੂ ਉੱਥੇ ਰਹਿ ਰਹੇ ਹਨ ਅਤੇ ਭੰਬੋਰ ਦੇ ਰਾਜੇ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਤੁਹਾਡਾ ਇਲਾਕਾ ਹੈ, ਕਿਰਪਾ ਕਰਕੇ ਇੱਥੇ ਵਸਣਾ ਕਰੋ ਤੇ ਆਪਣੇ ਬਾਕੀ ਡੇਰੇ ਨੂੰ ਬਾਕੀ ਸਿੰਘਾਂ ਨੂੰ ਵੀ ਇੱਥੇ ਬੁਲਾ ਲਓ। ਸਤਿਗੁਰਾਂ ਨੇ ਦੋ ਸਿੱਖਾਂ ਨੂੰ ਭੇਜ ਕੇ ਬਾਕੀ ਸਿੰਘਾਂ ਨੂੰ ਉੱਥੇ ਬੁਲਾਉਣਾ ਕੀਤਾ। ਨਾਲ ਹੀ ਰਾਜਾ ਵਿਸਾਲੀ ਵਾਲਾ ਆ ਗਿਆ ਕਿ ਪਾਤਸ਼ਾਹ ਗਏ ਤਾਂ ਸ਼ਿਕਾਰ ਖੇਡਣ ਸੀ, ਮੁੜ ਕੇ ਮੇਰੇ ਨਗਰ ਕਿਉਂ ਨਹੀਂ ਆਏ। ਇਹ ਵੀ ਮਿਲਣ ਵਾਸਤੇ ਆ ਗਿਆ ਤੇ ਆ ਕੇ ਹੱਥ ਬੰਨ ਕੇ ਨਮਸਕਾਰ ਕਰਦਾ ਹੈ। ਸਾਰੇ ਸਿੰਘ ਇਕੱਠੇ ਹੋ ਗਏ। ਵਿਸਾਲੀ ਵਾਲੇ ਰਾਜੇ ਨੇ ਨਮਸਕਾਰ ਕੀਤੀ, ਬੇਨਤੀ ਕੀਤੀ ਹੱਥ ਬੰਨ ਕੇ, ਮਹਾਰਾਜ ਤੁਸੀਂ ਵਾਪਸ ਕਿਉਂ ਨਹੀਂ ਆਏ। ਤੇ ਸਤਿਗੁਰੂ ਉਸ ਨੂੰ ਕਿਵੇਂ ਧੀਰਜ ਦੇ ਕੇ ਭੇਜਦੇ ਹਨ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਬਾਅਦ ਅੱਗੇ ਕਿੱਧਰ ਜਾਂਦੇ ਆ ਇਹ ਵੀ ਆਰੰਭ ਕਰਾਂਗੇ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ वाहिगुरु जी का खालसा वाहिगुरु जी की फतेह। ਦੋਹਰਾ भयो इकत्तर सगल गुर डेरा मिलियो जाए चरना बुझहीरा। ਇਹੋ ਦੋ ਸਿੱਖਾਂ ਨੇ ਜਾ ਕੇ ਵਿਸਾਲੀ ਦੇ ਨਗਰ ਵਿੱਚ ਬੈਠੇ ਬਾਕੀ ਸਿੰਘਾਂ ਨੂੰ ਕਿਹਾ ਕਿ ਤੁਹਾਨੂੰ ਸਤਿਗੁਰਾਂ ਨੇ ਭੰਬੋਰ ਬੁਲਾਇਆ ਹੈ। ਤੇ ਪਤਾ ਲੱਗਿਆ ਕਿ ਸਤਿਗੁਰੂ ਭੰਬੋਰ ਹੀ ਟਿਕਣਗੇ ਤਾਂ ਰਾਜਾ ਵਿਸਾਲੀ ਵਾਲਾ ਵੀ ਨਾਲ ਚੱਲਿਆ। ਜਾ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦਾ ਹੈ ਜੀ। हाथ बांध कर बिने बखानी महाराज तुमरी रजधानी। और फिर हथ बन के नमस्कार करदा होया बेनती करदा होया राजा विसाली वाला पुछदा महाराज ओ भी तां तुहाडा ही नगर सी,
ਉਹ ਰਾਜਧਾਨੀ ਵੀ ਤੁਹਾਡੀ ਸੀ। नहीं विशाली में किम रहे, मोह में दोष की रावर रहे। ਮਹਾਰਾਜ ਤੁਸੀਂ ਸਾਡੇ ਇਲਾਕੇ ਨੂੰ ਛੱਡ ਕੇ ਕਿਉਂ ਆ ਗਏ? ਮੇਰੇ 'ਚ ਕੋਈ ਗਲਤੀ ਸੀ, ਕੋਈ ਨੁਕਸ ਸੀ ਕਿ ਮੈਥੋਂ ਆਪ ਜੀ ਦੀ ਚੰਗੀ ਤਰ੍ਹਾਂ ਸੇਵਾ ਨਹੀਂ ਹੋਈ ਜੀ। दर्शन करत ना मन तृप्तायो, सेव करन ते मन ना हटायो। ਮਹਾਰਾਜ ਹਲੇ ਤਾਂ ਮੈਂ ਤੁਹਾਡੀ ਸੇਵਾ ਕਰਕੇ ਰੱਜਿਆ ਵੀ ਨਹੀਂ ਸੀਗਾ ਤੇ ਤੁਸੀਂ ਪਹਿਲਾਂ ਹੀ ਉੱਥੋਂ ਆਉਣਾ ਕੀਤਾ ਹੈ ਜੀ। इस कारण ते थिर रहे, मुस्कावत कल की तर कहे। ਤੇ ਆਪ ਜੀ ਹੁਣ ਇੱਥੇ ਰੁਕ ਗਏ ਹੋ ਭੰਬੋਰ ਦੇਸ਼ ਦੇ ਵਿੱਚ। ਸਤਿਗੁਰੂ ਹੱਸਦੇ ਹੋਏ ਕਹਿਣ ਲੱਗੇ ਜੀ, औच के राव मिलियो बन विचरत, बिनती करत पियो तर हित चित। ਬਸ ਇਹ ਰਾਜਾ ਭੰਬੋਰ ਵਾਲਾ ਜੰਗਲ ਵਿੱਚ ਸ਼ਿਕਾਰ ਖੇਡਦਿਆਂ ਨੂੰ ਮਿਲ ਗਿਆ ਤੇ ਬੜੇ ਹੀ ਪਿਆਰ ਨਾਲ ਸਾਨੂੰ ਬੇਨਤੀ ਕਰਨ ਲੱਗਿਆ ਜੀ। आने अपने सदन उतारे, बहुर चरण हित कीन सत्यारे। ਔਰ ਸਾਨੂੰ ਬੇਨਤੀ ਕਰਕੇ ਆਪਣੇ ਨਗਰ ਵਿੱਚ ਲਿਆਇਆ ਤੇ ਜਦੋਂ ਅਸੀਂ ਇੱਥੋਂ ਤੁਰਨ ਲੱਗੇ अधिक पाउती राख टिकाए, तो पर खुशी आहे अधिकाए। ਔਰ ਇਸ ਨੇ ਬੜੇ ਪ੍ਰੇਮ ਦੇ ਨਾਲ ਸਾਨੂੰ ਰੋਕਣਾ ਕੀਤਾ। ਤੇਰੇ ਤੇ ਖੁਸ਼ ਹਾਂ ਅਸੀਂ। ਵਿਸਾਲੀ ਰਾਜੇ ਨੂੰ ਕਹਿਣ ਲੱਗੇ ਐਸੀ ਗੱਲ ਨਹੀਂ ਹੈ, ਤੇਰੇ ਤੇ ਅਸੀਂ ਬਹੁਤ ਖੁਸ਼ ਹਾਂ। सुख सो भोगो राज समाजा, करो तिहावल अरे सो काजा। ਤੁਸੀਂ ਆਨੰਦ ਮਾਣੋ, ਸੁੱਖ ਦੇ ਨਾਲ ਆਪਣਾ ਰਾਜ ਭੋਗੋ। ਕੋਈ ਕੰਮ ਅੜ ਜਾਵੇ ਤਾਂ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਅਰਦਾਸ ਕਰਿਓ ਜੀ। कार्य अरिदास करो ध्याना, होए मनोरथ पूर्ण महाना। ਔਰ ਕਾਰੀ ਅਰਦਾਸ ਧਰੋ ਮਮ ਧਿਆਨਾ, ਮੇਰਾ ਧਿਆਨ ਧਰ ਕੇ, ਭਾਵ ਗੁਰੂ ਨਾਨਕ ਦਾ ਧਿਆਨ ਧਰ ਕੇ, ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਰ ਕੇ ਪਾਤਸ਼ਾਹ ਕਹਿੰਦੇ ਅਰਦਾਸ ਕਰੋ, ਤੁਹਾਡਾ ਕੋਈ ਕੰਮ ਵੀ ਫਸੇਗਾ ਅੜੇਗਾ ਨਹੀਂ ਜੀ। शत्रु जोरते तुम पर करे, हित सहाय खालसा चरै। ਔਰ ਜੇ ਕੋਈ ਦੁਸ਼ਮਣ ਤੁਹਾਡੇ ਤੇ ਚੜ ਕੇ ਆਉਂਦਾ ਹੈ ਤੇ ਸਾਡਾ ਖਾਲਸਾ ਤੇਰੀ ਮਦਦ ਕਰੇਗਾ। कर दीजे सुध सुन तह तावै, अनकरी पुन दे हाथ बचावै। ਔਰ ਜੇ ਕੋਈ ਐਸੀ ਗੱਲ ਬਣਦੀ ਹੈ, ਕੋਈ ਦੁਸ਼ਮਣ ਤੁਹਾਡੇ ਤੇ ਚੜ ਕੇ ਆਵੇ ਨਾ, ਸਾਡੇ ਕਰਕੇ ਸ਼ਾਇਦ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਿੱਤਰ ਹੈ ਵਿਸਾਲੀ ਵਾਲਾ ਰਾਜਾ, ਤੇ ਥੋੜੀ ਜਿਹੀ ਖਬਰ ਕਰਦੀ ਸਾਡੇ ਖਾਲਸੇ ਨੂੰ, ਤੇਰੀ ਹਰ ਤਰ੍ਹਾਂ ਨਾਲ ਮਦਦ ਕਰਾਂਗੇ। ਧੀਰਜ ਦੇ ਰਾਵ ਪਠਾਇਓ, ਪਦ ਅਰਬਿੰਦ ਸੀਸ ਨਿਭਾਇਓ। ਇਹੋ ਸਤਿਗੁਰਾਂ ਨੇ ਵਿਸਾਲੀ ਵਾਲੇ ਰਾਜੇ ਨੂੰ ਧੀਰਜ ਦੇ ਕਰਕੇ ਬਖਸ਼ਾ ਕਰਕੇ ਮੋੜ ਦਿੱਤਾ ਹੈ ਜੀ। ਸਭ ਸਿੰਘਨ ਕੋ ਫਤਿਹ ਬੁਲਾਏ, ਗਿਓ ਆਪਣੇ ਘਰ ਹਰਿ ਖਾਏ। ਇਹੋ ਵਿਸਾਲੀ ਵਾਲਾ ਰਾਜਾ ਗੁਰੂ ਕੀਆਂ ਖੁਸ਼ੀਆਂ ਲੈ ਕਰਕੇ ਵਾਪਸ ਆਪਣੇ ਘਰ ਨੂੰ ਵਿਸਾਲੀ ਦੇਸ਼ ਨੂੰ ਚਲਿਆ ਗਿਆ ਹੈ ਜੀ। ਸਤਿਗੁਰ ਤਾਹਾਂ ਬਸੇ ਸੁਖ ਪਾਏ, ਇੱਕ ਦਿਨ ਬੈਠੇ ਸਹਿਜ ਸੁਭਾਏ। ਹੁਣ ਸਤਿਗੁਰ ਜੀ ਕੁਝ ਦਿਨ ਭੰਬੋਰ ਦੇ ਰਾਜੇ ਕੋਲ ਰਹੇ ਹਨ। ਉੱਚੇ ਥਲ ਪਰ ਥਿਰੇ ਨਿਹਾਰੇ, ਦੇਸ਼ ਮਹਾਰਮਨੀਕ ਵਿਚਾਰੇ। ਔਰ ਸੁੰਦਰ ਸਥਾਨ ਹੈ ਇਹ ਭੰਬੋਰ ਦਾ ਇਲਾਕਾ ਵੀ ਬੜਾ ਸੁੰਦਰ ਹੈ। ਸਤਿਗੁਰਾਂ ਨੇ ਉੱਚੇ ਥਾਂ ਤੇ ਚੜ ਕੇ ਦੇਖਣਾ ਕੀਤਾ ਹੈ ਦੇਸ਼ ਨੂੰ। ਨਿਕਟ ਖਾਲਸਾ ਕਨਪੁਰ ਰਾਹੋ, ਹੀਰ ਹੀਰ ਬੋਲੇ ਚਿਤ ਜਾਓ। ਔਰ ਸਤਿਗੁਰਾਂ ਦੇ ਕੋਲੇ ਉਹਨਾਂ ਦੇ ਸਿੰਘ ਵੀ ਹਨ, ਗਨ ਬਹੁਤ ਸਾਰੇ। ਔਰ ਇਸ ਰਾਜੇ ਦਾ ਪ੍ਰੇਮ ਦੇਖ ਕੇ ਗੁਰੂ ਕੇ ਸਿੰਘ ਸਤਿਗੁਰਾਂ ਨੂੰ ਕਹਿਣ ਲੱਗੇ, ਸੁੰਦਰ ਸੈਲ ਸੈਲ ਕੀ ਲਾਇਕ, ਮਨੋ ਹਿਮਾਲੇ ਕੀ ਦੁਤ ਦਾਇਕ। ਮਹਾਰਾਜ ਇਹਦਾ ਇਲਾਕਾ ਵੀ ਬੜਾ ਸੁੰਦਰ ਹੈ। ਸੁੰਦਰ ਸੈਲ ਪਹਾੜ ਸੁੰਦਰ ਹੈ, ਸੈਲ ਕੇ ਲਾਇਕ, ਸ਼ੈਰ ਸਪਾਟਾ ਕਰਨ ਵਾਸਤੇ ਬਹੁਤ ਸੁੰਦਰ ਰਮਣੀਕ ਸਥਾਨ ਹੈ। ਇਹ ਮਹਾਰਾਜ ਜੋ ਭੰਬੋਰ ਸ਼ਹਿਰ ਹੈ हिमालय वर्गा है, भाव हिमालय वर्गा है। केतु कैलाश रुद्र को थाना, उपजावत और आनंद बहाना। ये उच्चा टिल्ला उच्चा पहाड़ तो उदा ही लगता जिवें शिव जी का कैलाश पर्वत होवे। महाराज बड़ी आनंद वाली थां है। पांड पुत्रे मा फिर कर बन में, तपत सथल को लख कर मन में। महाराज जी पांडव पुत्रा ने भी जंगलों दे विच ऐसे ही सुंदर स्थानां ते तपस्या कीते है। कित कसमा बसे हा बिताए, गिर तुरबर पंख कै हर खाए। बहुत सारे समा पांडवां ने इन्हां इलाकियां विच पत्थरां विच पहाड़ां विच बतीत कीता
ਕੀਤਾ ਹੈ। ਪੂਰਬ ਸਤਿਗੁਰ ਮੈਂ ਵਿਦਿਆਇਓ ਥਿਰੁ ਇਹਾ ਧੀਰਗ ਤਪਤਾਇਓ। ਮਹਾਰਾਜ ਸਤਿਯੁਗ ਦਾ ਸਮਾਂ ਲੱਗਦਾ ਇਹ ਬ੍ਰਹਮਾ ਨੇ ਵੀ ਇੱਥੇ ਹੀ ਤਪ ਕੀਤਾ ਕਹਿੰਦੇ। ਨਾਮ ਕਲੇਸਰ ਬ੍ਰਹਮੇ ਧਰਿਓ ਇਤੁਤ ਵਿਚਰਤ ਅਨੰਦ ਕਰਿਓ। ਪਾਤਸ਼ਾਹ ਕਹਿੰਦੇ ਹਾਂ ਸਿੱਖੋ ਇਸ ਇਲਾਕੇ ਦਾ ਨਾਮ ਕਲੇਸਰ ਹੈ ਔਰ ਬ੍ਰਹਮਾ ਨੇ ਇੱਥੇ ਵਿਚਰਨਾ ਕੀਤਾ ਸੀਗਾ ਔਰ ਉਸ ਨੇ ਇਸ ਥਾਂ ਦਾ ਨਾਮ ਕਲੇਸ਼ਰ ਰੱਖਿਆ ਜੀ। ਜਾਤੇ ਪਾਵਨ ਇਹ ਅਸਥਾਨਾ ਪਰਮ ਮੁਨੀ ਤਪ ਤਪੇ ਮਹਾਨਾ। ਔਰ ਇੱਥੇ ਬਹੁਤ ਰਿਸ਼ੀਆਂ ਮੁਨੀਆਂ ਨੇ ਤਪੱਸਿਆ ਕੀਤੀ ਹੈ ਇਹਨਾਂ ਇਲਾਕਿਆਂ ਵਿੱਚ। ਫਲ ਮੂਲਨ ਤੇ ਸੁਖ ਕੋ ਪਾਏ ਗਿਰਵਿਰ ਸ਼ੋਭਾ ਪਿਕ ਬਿਰ ਮਾਏ। ਔਰ ਇੱਥੇ ਬੜੇ ਫਲ ਫਰੂਟ ਦੇ ਪੌਦੇ ਜੜੀਆਂ ਬੂਟੀਆਂ ਦਵਾਈਆਂ ਜਿਹੜੀਆਂ ਹਨ ਇੱਥੇ ਬਹੁਤ ਮਿਲਦੀਆਂ ਹਨ। ਪੁਰਾਣੇ ਸਮਿਆਂ ਵਿੱਚ ਕੋਈ ਅੰਗਰੇਜ਼ੀ ਦਵਾਈਆਂ ਨਹੀਂ ਸੀ ਹੁੰਦੀਆਂ। ਜੰਗਲਾਂ ਦੀਆਂ ਜੜੀਆਂ ਬੂਟੀਆਂ ਨੂੰ ਲੋਕ ਜਾਣਦੇ ਸਨ ਤੇ ਉਹਦੇ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਸਨ। ਅਨੇਕਾਂ ਤਰ੍ਹਾਂ ਦੀਆਂ ਦਵਾਈਆਂ ਜੜੀਆਂ ਬੂਟੀਆਂ ਵਿੱਚ ਪਈਆਂ। ਤਾਂ ਪਾਤਸ਼ਾਹ ਜੀ ਕਹਿੰਦੇ ਆਹੋ ਇਹ ਕਲੇਸ਼ਰ ਭਮੋਰ ਦੇ ਇੱਕ ਪਹਾੜ ਦਾ ਨਾਮ ਹੈ ਔਰ ਇੱਥੇ ਹੀ ਬੜੇ ਸੁੰਦਰ ਫਲਾਂ ਵਾਲੇ ਦਰਖਤ ਤੇ ਜੜੀਆਂ ਬੂਟੀਆਂ ਹਨ ਜਿਨ੍ਹਾਂ ਕਰਕੇ ਇਹ ਪਹਾੜ ਕਲੇਸ਼ਰ ਜਿਹੜਾ ਹੈ ਸੁੰਦਰ ਲੱਗਦਾ ਹੈ ਜੀ। ਅਦਿਕ ਤਪੇ ਤਪ ਮਨ ਕੋ ਰੋਕਾ ਮਰ ਪਹੁੰਚੇ ਕਮਲਾਸਨ ਲੋਕ। ਇੱਥੇ ਬਹੁਤ ਸਾਰੇ ਤਪਸਵੀਆਂ ਨੇ ਤਪੱਸਿਆ ਕੀਤੀ ਹੈ ਮਨ ਨੂੰ ਰੋਕ ਕਰਕੇ ਤੇ ਬ੍ਰਹਮਾ ਦੀ ਪੁਰੀ ਪ੍ਰਾਪਤ ਕਰੀ ਹੈ। ਇਤਿ ਆਦਿਕ ਸੁਨ ਕੇ ਗੁਰ ਬਚਨਾ ਕਰੇ ਨਿਹਾਰਨ ਗਿਰਵਿਰ ਰਚਨਾ। ਸਤਿਗੁਰਾਂ ਦੇ ਮੁਖੋਂ ਇਹ ਸਾਰਾ ਉੱਥੋਂ ਦਾ ਗੁਰੂ ਪਿਆਰਿਓ ਬੈਕਗ੍ਰਾਉਂਡ ਪਿਛਲਾ ਇਤਿਹਾਸ ਸੁਣ ਕਰਕੇ ਸਿੱਖ ਸੰਗਤਾਂ ਬੜੀਆਂ ਖੁਸ਼ ਹੋਈਆਂ। ਪ੍ਰਭ ਜੀ ਉਚਰਤ ਹੋ ਤੁਮ ਜੈਸੇ ਪਖੀਅਤ ਦੁਰਬਰ ਗਿਰਵਰ ਤੈਸੇ। ਹਾਂ ਮਹਾਰਾਜ ਜਿਵੇਂ ਆਪ ਜੀ ਦੱਸਦੇ ਹੋ ਵਾਕਈ ਇਹ ਪਹਾੜ ਇਸ ਤਰ੍ਹਾਂ ਦੇ ਭਜਨ ਬੰਦਗੀ ਤਪੱਸਿਆ ਵਾਲੇ ਸਥਾਨ ਲੱਗਦੇ ਹਨ। ਮਨ ਕੋ ਮੋਦ ਪਾਵਨ ਹਾਰੇ ਕਿਉ ਨ ਬਿਰਥੇ ਆਏ ਨਿਹਾਰੇ। ਆ ਦੇਖੋ ਨਾ ਮਹਾਰਾਜ ਇੱਥੇ ਆ ਕੇ ਕਿੰਨਾ ਜੀ ਲੱਗਦਾ ਹੈ। ਮਨ ਕੋ ਮੋਦ ਮਨ ਨੂੰ ਖੁਸ਼ੀ ਦੇਣ ਵਾਲਾ ਇਲਾਕਾ। ਕਿਉਂ ਨਾ ਬਿਰਮੈ ਆਏ ਨਿਹਾਰੇ ਕਿਉਂ ਨਾ ਇੱਥੇ ਆ ਕੇ ਰਿਸ਼ੀਆਂ ਮੁਨੀਆਂ ਦਾ ਜੀ ਲੱਗਦਾ ਹੋਊਗਾ। ਜਿਹੜਾ ਵੀ ਇਹਨਾਂ ਇਲਾਕਿਆਂ ਨੂੰ ਵੇਖਦਾ ਹੈ ਉਹਨਾਂ ਦਾ ਜੀ ਕਰਦਾ ਕਿ ਇੱਥੇ ਰਹੀਏ। ਇਸੇ ਕਰਕੇ ਗੁਰੂ ਪਿਆਰਿਓ ਇੱਕ ਤਾਂ ਔਕਾਤ ਹੁੰਦੀ ਹੈ ਇੱਕ ਵਾਤਾਵਰਨ ਸ਼ੁੱਧ ਹੁੰਦਾ ਹੈ ਉੱਥੇ ਜਿਹੜਾ ਹੈ। ਅੱਜ ਕੱਲ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਵੱਧ ਚੁੱਕੇ ਹੈ। ਪਹਾੜਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਇਸ ਕਰਕੇ ਉੱਥੇ ਰੌਲਾ ਰੱਪਾ ਵੀ ਨਹੀਂ ਹੁੰਦਾਗਾ ਤੇ ਰਿਸ਼ੀਆਂ ਮੁਨੀਆਂ ਨੇ ਐਸੀ ਇਕਾਂਤ ਲੱਭਣੀ ਕੀਤੀ। ਪਾਤਸ਼ਾਹ ਜੀ ਨੂੰ ਕਹਿੰਦੇ ਹਾਂ ਮਹਾਰਾਜ ਇੱਥੇ ਆ ਕੇ ਤਾਂ ਹਰੇਕ ਦਾ ਜੀ ਲੱਗ ਜਾਂਦਾ ਹੈ। ਇਸ ਪ੍ਰਕਾਰ ਪ੍ਰਭ ਸੈਲ ਸਰਾਹਾ ਬਸੇ ਤਾਹ ਮਨ ਅਨੰਦ ਪਾਹਾ। ਤੋ ਕਲੇਸ਼ਰ ਨਾਮ ਦੇ ਇਸ ਪਹਾੜ ਦੇ ਉੱਤੇ ਸਤਿਗੁਰਾਂ ਨੇ ਵਿਚਰਨਾ ਕੀਤਾ ਤੇ ਉਸ ਦੇ ਬਾਰੇ ਦੱਸਣਾ ਕੀਤਾ ਤੇ ਬੜਾ ਆਨੰਦ ਮਾਣਿਆ ਇੱਥੇ ਘੁੰਮਦਿਆਂ ਹੋਇਆਂ। ਬ੍ਰਿਗਿਆ ਕਰਤੇ ਵਿਚਰੇ ਕਬੈ ਸਿੰਘ ਉਰੋਟੇ ਸੰਗੀ ਸਬੈ। ਕਦੇ ਸਤਿਗੁਰੂ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਹਨ ਅਤੇ ਆਪਣੇ ਸਿੰਘਾਂ ਨਾਲ ਘੋੜਿਆਂ ਤੇ ਸਵਾਰ ਹੋ ਕੇ ਇਸ ਪਹਾੜ ਦੀ ਸੈਰ ਕਰਦੇ ਹਨ। ਕਬੋ ਗੁਰ ਨੰਦਨ ਚੜ ਜਾਵੇ ਸੈਲ ਕਰੇ ਚੇਤਕ ਮਨ ਭਾਵੈ। ਔਰ ਕਦੇ ਗੁਰੂ ਜੀ ਦੇ ਪੁੱਤਰ ਵੀ ਨਾਲ ਆਉਂਦੇ ਹਨ ਘੋੜਿਆਂ ਤੇ ਸਵਾਰ ਹੋ ਕੇ ਮਨ ਭਾਉਂਦੀ ਇਸ ਇਲਾਕੇ ਦੀ ਰਮਣੀਕ ਥਾਂ ਦੀ ਸੈਰ ਕਰਦੇ ਹਨ। ਊਚ ਨੀਚ ਥਲ ਬਿਖਮ ਕੇ ਸਮ ਹੈ ਬਹੁ ਰਮਣੀਕ ਸੋ ਗਮ ਦੁਰਗਮ ਹੈ। ਔਰ ਉੱਚੀਆਂ ਨੀਚੀਆਂ ਪਹਾੜੀਆਂ ਉੱਚੀਆਂ ਨੀਵੀਆਂ ਰਮਣੀਕ ਸੋਗਮ ਦੁਰਗਮ ਔਖਾ ਰਸਤਾ ਤੇ ਸੌਖਾ ਰਸਤਾ ਭਾਵ ਕਿਸੇ ਪਾਸੇ ਡੰਡੀਆਂ ਸਭ ਹਨ ਕਿਸੇ ਪਾਸੇ ਬਹੁਤ ਸਾਰੇ ਦਰਖਤ ਝਾੜ ਬੂਟ ਹਨ। ਚਲਤ ਵੇਗ ਤੇ ਨਿਰਮਲ ਵਾਹੈ ਬਿਨਾ ਧੂਲ ਬਨ ਮਗ ਅਵਗਾ ਹੈ। ਇਸ ਤਰ੍ਹਾਂ ਗੁਰੂ ਕੀਆਂ ਫੌਜਾਂ ਸਿੰਘ ਸ਼ਹਿਬਜ਼ਾਦਾ ਅਜੀਤ ਸਿੰਘ ਹੋਰੇ ਸਤਿਗੁਰੂ ਪਾਤਸ਼ਾਹ ਘੋੜਿਆਂ ਤੇ ਸਵਾਰ ਹੋ ਕੇ ਇਸ ਇਲਾਕੇ ਵਿੱਚ ਵਿਚਰਦੇ ਹਨ ਔਰ ਠੰਡੀ ਨਿਰਮਲ ਹਵਾ ਜਿਹੜੀ ਹੈ ਬਿਨਾ ਧੂਲ ਭਾਵ ਰੇਤੇ ਤੋਂ ਬਿਨਾ ਹਨੇਰੀ ਤੋਂ ਵਗਦੀ ਹੈ ਬੜੀ ਸੁੰਦਰ ਲੱਗਦੀ ਹੈ। ਉਸਮਤ ਬਨ ਕੀ ਪ੍ਰਭਾਵ ਲੋਕੇ ਮਗਨੇ ਅਦਿਕ ਸੁਗੰਧੀ ਰੋਕੈ। ਤੋ ਇਹਨਾਂ ਪਹਾੜਾਂ ਦੇ ਗੁਰੂ ਪਿਆਰਿਓ ਸੁੰਦਰਤਾ ਨੂੰ ਹੋਰ ਵੀ ਚਾਰ ਚੰਦ ਲਾਉਂਦੇ ਹਨ ਫੁੱਲਾਂ ਦੇ ਪੌਦੇ ਔਰ ਫੁੱਲਾਂ ਦੀ ਖੁਸ਼ਬੂ ਹੈ ਜਿਹੜੀ ਇਸ ਬਨ ਨੂੰ ਹੋਰ ਵੀ ਸੁੰਦਰ ਬਣਾਉਂਦੀ ਹੈ। ਮਗਨੇ ਅਦਿਕ ਸੁਗੰਧੀ ਰੋਕੈ
ਭਾਵ ਜੰਗਲ ਦੇ ਸੰਘਣੇ ਜੰਗਲ ਵਿੱਚ ਸੁਗੰਧੀ ਨੂੰ ਜਿਹੜਾ ਹੈ ਖੰਡਿਆਉਂਦੇ ਹਨ ਫੁੱਲਾਂ ਦੇ ਪੌਦੇ। जहला बेचे विचरत आवे, इस प्रकार निस दोष बितावे। ਧਿਆਨ ਦਿਓ, ਜਿੰਨਾ ਜੀ ਕਰਦਾ ਮੇਰੇ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਸਿੰਘਾਂ ਦੇ ਸਮੇਤ ਵਿਚਰਨਾ ਕਰਦੇ ਹਨ ਪਹਾੜਾਂ ਦੇ ਵਿੱਚ। देश बदेशन विदित महान, सतगुर बसे जाए तिस थान। ਸਤਿਗੁਰੂ ਮਹਾਰਾਜ ਜੀ ਇਸ ਜਿੱਥੇ ਜੀ ਕਰਦਾ ਵਿਚਰਨ ਉਹਨਾਂ ਦਾ ਹੀ ਤਾਂ ਸਾਰਾ ਇਲਾਕਾ ਹੈ। सुन सुन कर सिख संगत सारे, आवे दर्शन इच्छा तारे। ਉਹ ਜਿੱਥੇ ਵੀ ਸਤਿਗੁਰੂ ਡੇਰਾ ਲਾ ਲੈਂਦੇ ਹਨ, ਜਿੱਥੇ ਜਾਏ ਵਾਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਦੇ ਮਹਾਵਾਕ ਅਨੁਸਾਰ ਇਸ ਤਰ੍ਹਾਂ ਸਿੱਖ ਸੰਗਤਾਂ ਦਰਸ਼ਨਾਂ ਲਈ ਉੱਥੇ ਹੀ ਆ ਜਾਂਦੀਆਂ ਜੀ। पूर्व दर्शन पश्चिम केरे, ले ले कर उपहार कनेरे। ਔਰ ਚਾਰਾਂ ਹੀ ਦਿਸ਼ਾਵਾਂ ਦੀਆਂ ਸਿੱਖ ਸੰਗਤਾਂ ਉੱਤਰ ਦੱਖਣ ਪੂਰਬ ਪੱਛਮ ਦੀਆਂ ਬੇਅੰਤ ਭੇਟਾਵਾਂ ਲੈ ਕੇ ਇੱਥੇ ਆਉਂਦੀਆਂ ਹਨ। करे बहीर चले बवावे, गुरबानी पठ गुर गुर ध्यावे। ਉਹ ਸੰਗਤਾਂ ਬਹੀਰ ਹੁੰਦਾ, ਜਥਿਆਂ ਦੇ ਜਥੇ ਟੋਲਿਆਂ ਦੇ ਵਿੱਚ ਇਕੱਠੀਆਂ ਹੋ ਕੇ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। केतक संगत शस्त्र धारे, बन सुचेत आवत बल भारे। ਔਰ ਜਿਹੜੇ ਗੁਰੂ ਪਿਆਰਿਓ ਗੁਰੂ ਕੀਆਂ ਫੌਜਾਂ ਵਿੱਚ ਭਰਤੀ ਹੋਣ ਵਾਸਤੇ ਆਉਂਦੀ ਆ ਨੌਜਵਾਨ ਉਹ ਸ਼ਸਤਰ ਧਾਰਨ ਕਰਕੇ ਹੀ ਆਉਂਦੇ ਆ ਔਰ ਸੁਚੇਤ ਹੋ ਕੇ ਆਉਂਦੇ ਹਨ। दुष्टन को दबाए चेहरे, बलि पिके को नेर करे। ਨੇਰ ਪਾਤਸ਼ਾਹ ਜੀ ਕਹਿਣ ਲੱਗੇ ਇਹ ਯੋਧੇ ਜਿਹੜੇ ਆਉਂਦੇ ਹਨ ਜੇ ਕੋਈ ਰਸਤੇ ਵਿੱਚ ਅੜਦਾ ਦੁਸ਼ਟ ਉਹਨੂੰ ਮਾਰ ਲੈਂਦੇ ਹਨ, ਪਰ ਬੜੀ ਯੋਧੇ ਦੇਖ ਕੇ ਇਹਨਾਂ ਸਿੰਘਾਂ ਦੇ ਨੇੜੇ ਕਿਹੜਾ ਆ ਸਕਦਾ, ਭਾਵ ਡਰਦਾ ਕੋਈ ਨੇੜੇ ਹੀ ਨਹੀਂ ਆਉਂਦਾ। केतक बिन युद्ध गन मिले, गुरु आसरे बल कर चले। ਕੋਈ ਸ਼ਾਸਤਰ ਧਾਰ ਕੇ ਆਉਂਦਾ, ਕੋਈ ਬਿਨਾਂ ਸ਼ਾਸਤਰਾਂ ਤੋਂ ਗੁਰੂ ਦੇ ਸਹਾਰੇ ਤੇ ਹੀ ਗੁਰੂ ਦੀ ਤਾਕਤ ਨੂੰ ਮੁੱਖ ਰੱਖ ਕੇ ਆ ਜਾਂਦਾ ਹੈ ਜੀ। कार गुरु के कठी तरह, आवे आपते ल्यावन करे। ਜਿਹੜਾ ਦਸਵਾਂ ਦਸੌਂਦ ਆਪਣੇ ਘਰਾਂ ਵਿੱਚ ਕੱਢਦੇ ਹਨ ਗੁਰੂ ਕੀ ਕਾਰ ਸੇਵਾ ਉਹ ਹੱਥਾਂ ਵਿੱਚ ਲੈ ਕੇ ਆਉਂਦੇ ਹਨ ਤੇ ਗੁਰੂ ਸਾਹਿਬ ਜੀ ਨੂੰ ਲਿਆ ਕੇ ਭੇਟ ਕਰਦੇ ਹਨ। इस प्रकार सतगुर विश्रामे, अचल स्थान सैल अभिरामे। ਇਉਂ ਮੇਰੇ ਪ੍ਰੀਤਮ ਜੀ ਗੁਰੂ ਪਿਆਰਿਓ ਪੰਭੌਰ ਦੇ ਇਲਾਕੇ ਦੇ ਵਿੱਚ ਇਹ ਪਹਾੜੀ ਇਲਾਕਾ ਹੈ ਜਿੱਥੇ ਕਲੇਸ਼ਰ ਨਾਮ ਦਾ ਇੱਕ ਪਹਾੜ ਹੈ। ਸਤਿਗੁਰੂ ਪਾਤਸ਼ਾਹ ਜੀ ਇਸੇ ਵਿਚਰਦੇ ਹਨ। सकल खालसा सुख को पाए, रण को सिमरे दिवस बिताए। ਔਰ ਕਈ ਦਿਨ ਹੋ ਗਏ ਜੰਗ ਜੁਗ ਨਹੀਂ ਕੋਏ ਹੋਇਆ, ਹੁਣ ਥੋੜਾ ਸ਼ਾਂਤੀ ਜੀ ਆ ਗਈ ਹੈ ਦੋਹਰਾ। कहे खालसा गुरु जी, बिन रण दिवस बतीत। ਔਰ ਫੌਜਾਂ ਕਹਿੰਦੀਆਂ ਮਹਾਰਾਜ ਹੁਣ ਕੋਈ ਟੱਕਰਿਆ ਨਹੀਂ ਲੜਨ ਵਾਲਾ, ਕਈ ਦਿਨ ਹੋ ਗਏ ਜੰਗ ਜੁਗ ਹੋਈ ਨਹੀਂ ਕੋਈ। सुख को शत्रु सुपत होए, आछी लगे ना रीत। ਔਰ ਦੁਸ਼ਮਣ ਸੁੱਖ ਨਾਲ ਸੌ ਗਿਆ, ਲੱਗਦਾ ਸਾਨੂੰ ਇਹ ਚੰਗਾ ਨਹੀਂ ਲੱਗਦਾ। ਖਾਲਸਾ ਸੋਈ ਜੋ ਕਰੇ ਨਿਤ ਜੰਗ, ਮਹਾਰਾਜ ਹੁਣ ਕੋਈ ਲੜਨ ਵਾਲਾ ਆਇਆ ਹੀ ਨਹੀਂ ਆਪਣੇ ਨਾਲ, ਕਈ ਦਿਨ ਹੋ ਗਏ। बिक से श्री मुक्ति फरमायो, कनो जंग तुमरे पर आयो। ਬਾਬਾ ਜੀ ਕਹਿੰਦੇ ਸੋਡੇ ਗਲ ਵਿੱਚ ਬਹੁਤ ਵੱਡੇ ਜੰਗ ਪੈਣ ਵਾਲੇ ਆ, ਘਬਰਾਉਂਦੇ ਕਿਉਂ ਐ? ਫਿਕਰ ਨਾ ਕਰੋ। ਪਾਤਸ਼ਾਹ ਹੱਸ ਵੀ ਪਏ ਵੀ ਮੇਰੇ ਯੋਧੇ ਜਿਹੜੇ ਆ ਜੰਗ ਨੂੰ ਪਿਆਰ ਕਰਦੇ ਆ, ਜੰਗ ਤੋਂ ਡਰਦੇ ਨਹੀਂ ਦੁਸ਼ਮਣਾਂ ਵਾਂਗੂ। ਕਹਿੰਦੇ ਫਿਕਰ ਨਾ ਕਰੋ, ਤੁਹਾਡੇ ਗਲ ਬਹੁਤ ਵੱਡੇ ਵੱਡੇ ਜੰਗ ਪੈਣਗੇ। अवनी पूरन शत्रु तुम्हारे, सने सने हन बनो सुखारे। ਸਾਰੀ ਧਰਤੀ ਤੁਹਾਡੀ ਦੁਸ਼ਮਣ ਬਣ ਜਾਣੀ ਹੈ। ਵਾਕਿਆ ਬਣੀ ਹੋਈ ਹੈ ਨਾ ਪੰਜਾਬ ਤੇ ਬਾਰ-ਬਾਰ ਤਰ੍ਹਾਂ ਤਰ੍ਹਾਂ ਦੇ ਅਟੈਕ ਕਰਦੇ ਆ ਖਾਲਸੇ ਤੇ ਸਿੱਖਾਂ ਦੇ। ਕਹਿੰਦੇ ਸਾਰੀ ਧਰਤੀ ਦੇ ਲੋਕ ਕਿਸੇ ਨੂੰ ਦੁਸ਼ਮਣ ਹੋਣਗੇ, ਜਦੋਂ ਮਰਜੀ ਝਟਕਾ ਲਿਆ ਕਰਿਓ। जो इच्छु अब पी हुई रहे, कंटक दुष्ट हतन निर्भय। ਜੇ ਤੁਸੀਂ ਆਪਣੇ ਰਾਹ ਦੇ ਰੋੜੇ ਦੁਸ਼ਮਣਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਇੱਛਾ ਵੀ ਜਲਦੀ ਪੂਰੀ ਕਰਾਂਗੇ। बैठे होते गुरु शुभ थान, तब लो संगत पहुंची आन। ਔਰ ਇਹ ਵਿਚਾਰਾ ਮੇਰੇ ਪ੍ਰੀਤਮ ਸਿੰਘਾਂ ਨਾਲ ਕਿਤੇ ਸੁੰਦਰ ਪਹਾੜੀ ਤੇ ਬੈਠੇ ਕਰ ਰਹੇ ਸਨ। इतने संगतां आ मिलियां जी। कर कर नमो दर्शि अवलोका, करी प्रकार हमें वो शोका। और सिख संगतां ने आ नमस्कारां कीतियां और गुरु प्यारिओ सतगुरां नूं आके नमस्कार करके
ਫਿਰ ਬੇਨਤੀਆਂ ਕਰਦੇ ਆ ਮਹਾਰਾਜ ਸਾਨੂੰ ਬਹੁਤ ਦੁੱਖ ਹੋਇਆ। ਵਸਤ ਜੈ ਬਰਾਬਰ ਹੇਤ ਕਰੇ ਬਟੋਰਨ ਬ੍ਰਿੰਦਨ ਕੇਤ। ਕਿਉਂ ਭਾਈ ਕੀ ਦੁੱਖ ਹੋਇਆ ਸਾਨੂੰ? ਮਹਾਰਾਜ ਅਸੀਂ ਤੁਹਾਡੇ ਲਈ ਕੁਝ ਭੇਟਾਵਾਂ ਇਕੱਤਰ ਕਰਕੇ ਲੈ ਕੇ ਆ ਰਹੇ ਸੀ। ਆਵਤ ਲੇ ਗ੍ਰਾਮ ਕਰ ਮੋਟਾ ਬਸੇ ਗਵਾਰ ਕਰਮ ਜਿਨ ਖੋਟਾ। ਪਿੱਛੇ ਪਿੰਡ ਰਹਿ ਗਿਆ ਕਲਮੋਟਾ, ਉੱਥੇ ਪਤਾ ਨਹੀਂ ਕੈਸੇ ਮੂਰਖ ਲੋਕ ਰਹਿੰਦੇ ਹਨ। ਉਹਨਾਂ ਨੇ ਗੁਜਰਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੈ। ਬਰਾਬਰ ਕੀ ਬਹੁਤਈ ਦੁਹਾਈ ਨਹਿ ਮਾਨੇ ਚੀਨੇ ਸਮਦਾਏ। ਅਸੀਂ ਕਿਹਾ ਵੀ ਇਹ ਵਸਤੂਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ, ਤੁਸੀਂ ਸਾਡੇ ਕੋਲੋਂ ਨਾ ਖੋਵੋ। ਦੁਹਾਈ ਭਾਵ ਬਥੇਰਾ ਸਮਝਾਇਆ ਉਹਨਾਂ ਨੂੰ, ਪਰ ਉਹਨਾਂ ਕਲਮੋਟੇ ਦੇ ਲੋਕਾਂ ਨੇ ਸਾਡੇ ਕੋਲੋਂ ਵਸਤੂਆਂ ਖੋ ਲਈਆਂ ਜੀ। ਗੁਜਰ ਰੰਗਰ ਪੁੰਜ ਮਿਲੇ ਹੈ ਆਵਤ ਮਾਰਗ ਰੋਕ ਖਲੇ ਹੈ। ਬਹੁਤ ਸਾਰੇ ਗੁੱਜਰ ਤੇ ਰੰਗੜ ਇਕੱਠੇ ਹੋ ਕੇ ਸਾਡਾ ਰਸਤਾ ਰੋਕ ਕੇ ਖੜ ਗਏ। ਕਹਿੰਦੇ ਧਰ ਦਿਓ ਜਿਹੜਾ ਕੁਝ ਹੈਗਾ। ਮਹਾਰਾਜ ਬੜਾ ਸਮਝਾਇਆ, ਅਸੀਂ ਖਾਲੀ ਹੱਥ ਸੀ ਤੇ ਉਹਨਾਂ ਨੇ ਉਹ ਸਮਾਨ ਖੋ ਲਿਆ ਜੀ। ਵਾਸਤੇ ਆਪ ਕੀ ਲਾਇਕ ਜੇ ਲੇਖ ਸੋਟ ਬਰੇ ਗੜਤੇ। ਇਸ ਤਰ੍ਹਾਂ ਮਹਾਰਾਜ ਉਹਨਾਂ ਮੂਰਖਾਂ ਨੇ ਜੋ ਤੁਹਾਡੀਆਂ ਵਸਤੂਆਂ ਸੀ, ਤੁਹਾਡਾ ਦਸੌਂ ਸੀ, ਤੁਹਾਡੀ ਕਾਰ ਭੇਟਾ ਸੀ, ਉਹਨਾਂ ਮੂਰਖਾਂ ਗੁਜਰਾਂ ਰੰਗੜਾਂ ਨੇ ਕਲਮੋਟ ਵਾਲਿਆਂ ਨੇ ਖੋ ਲਈ ਤੇ ਆਪਣੇ ਕਿਲੇ ਵਿੱਚ ਜਾ ਵੜੇ ਜੀ। ਸੁਣ ਸਤਿਗੁਰ ਕੇ ਕੋਪ ਵਿਸਾਲਾ ਪਰ ਕੇ ਅਦਰ ਬਿਲੋਚਨ ਲਾਲਾ। ਹੁਣੇ ਸਿੰਘਾਂ ਨੇ ਕਿਹਾ ਸੀ ਕੋਈ ਲੜਾਈ ਨਹੀਂ ਹੋਈ, ਮਹਾਰਾਜ ਤੇ ਲੜਾਈ ਆ ਗਈ। ਬਾਦਸ਼ਾਹ ਜੀ ਦੇ ਗੁਰ ਪਿਆਰਿਓ ਬੁੱਲ ਫਰਕੇ ਅੱਖਾਂ ਦੇ ਵਿੱਚ ਲਾਲੀ ਆ ਗਈ, ਗੁੱਸਾ ਆਇਆ। ਸੰਗਤ ਕੋ ਧੀਰਜ ਤਬ ਦੀਨਾ ਤੁਮਰੀ ਅਰਪੀ ਹਮਨੇ ਲੀਨਾ। ਬਾਦਸ਼ਾਹ ਕਹਿੰਦੇ ਫਿਕਰ ਨਾ ਕਰੋ, ਬਹਿ ਜਾਓ, ਤੁਹਾਡੀ ਭੇਟਾ ਮੇਰੇ ਕੋਲੇ ਪਹੁੰਚ ਗਈ ਹੈ, ਦੇਖੋ ਹੁਣ ਕਿਵੇਂ ਆਉਂਦੀ ਹੈ। ਚਿੰਤਾ ਕਰੋ ਨਾ ਉਰ ਪਛਤਾਵੋ ਬੈਠੋ ਮਨੋ ਕਾਮਨਾ ਪਾਵੋ। ਤੁਸੀਂ ਜਿਹੜੀ ਭਾਵਨਾ ਲੈ ਕੇ ਆਇਓ ਤੁਹਾਡੀ ਭਾਵਨਾ ਪੂਰੀ ਕਰਾਂਗੇ। ਦੱਸੋ ਕੀ ਕੀ ਚਾਹੀਦਾ ਹੈ? ਆਲਮ ਸਿੰਘ ਜੋਰ ਕਰ ਕਹਾ ਕੰਟਕ ਦੁਸ਼ਟ ਤਹਾਂ ਤੇ ਮਹਾ। ਤੇ ਕੋਲੇ ਬੈਠੇ ਭਾਈ ਆਲਮ ਸਿੰਘ ਮਹਾਰਾਜ ਵਾਕਿਆ ਜਿਹੜੇ ਕਲਮੋਟ ਦੇ ਲੋਕ ਆ ਨਾ, ਰੰਗੜ ਦੇ ਗੁੱਜਰ, ਇਹ ਸਾਡੇ ਰਾਹ ਦਾ ਬੜਾ ਰੋੜਾ ਹੈ, ਬੜੇ ਦੁਖਦਾਈ ਹੈ। ਵਾਕਈ ਸੰਗਤ ਨੂੰ ਆਉਂਦੀ ਜਾਂਦੀ ਨੂੰ ਦੁੱਖ ਦਿੰਦੇ ਹਨ। ਤਜ ਆਨੰਦਪੁਰ ਜਬ ਚਲੇ ਆਏ ਕੀਤਕ ਸਿੰਘ ਉਤੇ ਕੋਤਾਏ। ਮਹਾਰਾਜ ਜਦੋਂ ਆਪਾਂ ਆਨੰਦਪੁਰ ਛੱਡ ਕੇ ਇਧਰ ਨੂੰ ਆ ਗਏ, ਕਈ ਸਿੰਘ ਉਸ ਪਾਸੇ ਕਲਮੋਟ ਕੰਨੀ ਗਏ ਸੀ। ਰੋਕਿਓ ਚਹਿਤ ਰੁਕੇ ਨ ਕੋਏ ਚੱਲ ਕਰ ਘੇਰ ਲਿਏ ਵਿੱਚ ਦੋਏ। ਔਰ ਉਹਨਾਂ ਨੂੰ ਰੋਕਣਾ ਚਾਹਿਆ ਪਰ ਉਹ ਰੁਕੇ ਨਹੀਂ ਤੇ ਉਹਨਾਂ ਨੇ ਛਲ ਕਰਕੇ ਦੋ ਸਿੰਘਾਂ ਨੂੰ ਘੇਰ ਲਿਆ। ਤਿੰਨ ਕੇ ਸੀਸ ਕਾਟ ਕਰ ਗੇਰੇ ਨਹੀਂ ਤਰਾਸ ਮਾਨੇ ਕਿਸ ਕੇਰੇ। ਉਹਨਾਂ ਰੰਗੜਾਂ ਨੇ ਆਪਣੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਮਹਾਰਾਜ ਅਸ ਦੁਸ਼ਟਨ ਕੋ ਹੈ ਬਨਸ ਜਾਏ ਕਰੇ ਬਿਗਾੜ ਰਹੇ ਗਰਬਾਏ। ਜੇ ਇਹ ਕਲਮੋਟ ਵਾਲੇ ਲੋਕਾਂ ਨੂੰ ਆਪਾਂ ਅੱਜ ਸਜ਼ਾ ਨਾ ਦਿੱਤੀ ਤੇ ਇਹ ਕੱਲ ਨੂੰ ਸਿਰ ਚੜ ਜਾਣਗੇ। ਇਹਨਾਂ ਨੂੰ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਰਸਤਾ ਦਿਖਾਈਏ। ਗੁਰ ਕਰ ਸੋ ਬਹੁ ਰਚਿਓ ਬਿਰੋਧਾ ਚਾਹੀਦਾ ਤੇ ਕਰੋ ਦਦ ਜੋਤਾ। ਗੁਰੂ ਘਰ ਦੇ ਨਾਲ ਲੜਾਈ ਵਿੱਢਦੇ ਹਨ। ਸੰਗਤਾਂ ਨੂੰ ਘੇਰ ਕੇ ਉਹਨਾਂ ਨੂੰ ਲੁੱਟ ਲਿਆ। ਦੋ ਪਹਿਲਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਇਹਨਾਂ ਨੇ। ਸੁਨ ਪ੍ਰਭ ਕੋ ਰਿਸ ਭਈ ਕਨੇਰੇ ਜਲ ਤਗਨ ਅਹੁਤੀ ਜਨ ਕੇਰੇ। ਆਲਮ ਸਿੰਘ ਦੇ ਚੁੱਪ ਕਰਕੇ ਆਲਮ ਸਿੰਘ ਦੇ ਇਹਨਾਂ ਕਹਿਣ ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਨੂੰ ਹੋਰ ਵੀ ਗੁੱਸਾ ਚੜ ਗਿਆ, ਜਿਵੇਂ ਮਾਨੋ ਮੱਚਦੀ ਤੇ ਘਿਓ ਪੈ ਗਿਆ ਹੋਵੇ ਜੀ। ਆਲਮ ਸਿੰਘ ਕੇ ਸੰਗ ਉਚਾਰੇ ਚਾਹਿਤ ਖਾਲਸਾ ਕਰੀਏ ਤਿਆਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਲਮ ਸਿੰਘਾ ਫਿਰ ਤਿਆਰੀ ਕਰ, ਫਿਰ ਇਹਨਾਂ ਨੂੰ ਸਬਕ ਸਿਖਾਈਏ ਲੋਕਾਂ ਨੂੰ। ਜੰਗ ਸਮਾਜ ਤਬੇ ਵਰਤਾਇਓ ਜਾਗਣ ਬੇਤੇ ਭੋਰ ਹੋਏ ਆਇਓ। ਔਰ ਸਿੰਘਾਂ ਨੂੰ ਕਿਹਾ ਵੀ ਆਪਣੇ ਸ਼ਸਤਰ ਤਿਆਰ ਕਰ ਲਓ ਤੇ ਕੱਲ ਨੂੰ ਆਪਾਂ ਇਹਨਾਂ ਤੇ ਹਮਲਾ ਕਰਨਾ ਹੈ। ਹੁਕਮ ਕਰਿਓ ਪ੍ਰਭ ਬਜੇ ਨਗਾਰਾ ਸਕਲ ਖਾਲਸਾ ਚੜੇ ਸ਼ਿਕਾਰਾ। ਔਰ ਕੱਲ ਨੂੰ ਜਦੋਂ ਅਸੀਂ ਹੁਕਮ ਦੇਵਾਂਗੇ ਤੇ ਸ਼ਿਕਾਰ ਖੇਡਦੇ ਖੇਡਦੇ ਕਲਮੋਟ ਵੱਲ ਜਾਵਾਂਗੇ। ਪਰੇ ਤੁਰੰਗਨ ਪਰਬਰ ਜੀਨਾ ਪੂਰਬ ਪ੍ਰਭੂ ਅਰੁੜਨ ਕੀਨ। ਤੇ ਜਦੋਂ ਹੀ ਨਗਾਰੇ ਤੇ ਚੋਟ ਲਾਈ ਦੂਜੇ ਦਿਨ ਚੜ੍ਹਦੇ ਦੇ ਨਾਲ ਪਾਤਸ਼ਾਹ ਆਪਣੇ ਨੀਲੇ ਤੇ ਸਵਾਰ ਹੋਏ ਤੇ ਸਿੰਘ ਵੀ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾਈਆਂ ਚੜ ਗਏ ਜੀ। ਪਰੇ ਦਬੋਚ ਖਾਲਸਾ ਚੜਿਓ ਸ਼ਾਸਤਰ ਸੇਤ ਵੀਰ ਰਸ ਚੜਿਓ। ਪਰੀ ਦੋ ਚੋਬ ਨਗਾਰੇ ਤੇ
ਤੁਸੀਂ ਅਰਦਾਸ ਤੋਂ ਬਾਅਦ ਵੀ ਨਗਾਰਾ ਵੱਜਦਾ ਵੇਖਿਆ। ਉਸ ਦੇ ਉੱਤੇ ਵਾਰੀ ਨਾਲ 3-4 ਵਾਰੀ ਉਹ ਵੱਜਦਾ ਡੰਡਾ, ਤੇ ਜਦੋਂ 2 ਵਾਰੀ ਵੱਜਦਾ ਤੇ ਉਹਦਾ ਮਤਲਬ ਹੁੰਦਾ ਕਿ ਅਸੀਂ ਤਿਆਰ ਪ੍ਰਤਿਆਰ ਹਾਂ ਲੜਾਈ ਵਾਸਤੇ, ਤੇ ਖਾਲਸਾ ਚਾਲੇ ਪਾਉਣ ਲੱਗੇ ਆ, ਨਗਾਰੇ ਤੇ ਚੋਟ ਲਾਈ ਹੈ ਵੀ ਚਲੋ ਜੰਗ ਵਿੱਚ ਚੱਲਣਾ ਹੈ। ਇਹਦਾ ਮਤਲਬ ਇਹ ਹੈ 2 ਵਾਰੀ ਉਸ ਤੇ ਜਦੋਂ ਮਾਰੀਆਂ ਗੁਰੂ ਪਿਆਰਿਓ ਨਿਸ਼ਾਨ ਦੇ ਉੱਤੇ ਨਗਾਰੇ ਉੱਤੇ ਚੋਟਾਂ, ਤੇ ਸਾਰੇ ਸਿੰਘ ਜਿਹੜੇ ਆਪਣੇ ਘੋੜਿਆਂ ਤੇ ਸਵਾਰ ਹੋ ਗਏ ਜੀ। क्रोधत प्रभु करियो प्रस्थाना तरहर पृथ्वी कंप महाना। ਤੇ ਗੁੱਸੇ ਦੇ ਵਿੱਚ ਆ ਕੇ ਪ੍ਰੀਤਮ ਜੀ ਨੇ ਚਾਲੇ ਪਾਉਣ ਦਾ ਹੁਕਮ ਦਿੱਤਾ ਹੈ, ਤੇ ਧਰਤੀ ਵੀ ਕੰਬਣ ਲੱਗੀ ਮਾਨੋ। वायु समान सो वेग को तार चले गुर मार्ग में सहसाए। ਇਸ ਤਰ੍ਹਾਂ ਗੁਰੂ ਪਿਆਰੋ ਸਤਿਗੁਰ ਨੇ ਘੋੜੇ ਨੂੰ ਅੱਡੀ ਲਾਈ ਤੇ ਸਿੰਘਾਂ ਨੇ ਵੀ ਲਾਈ, ਔਰ ਚੱਲ ਪਏ ਬੜੀ ਤੇਜ਼ੀ ਦੇ ਨਾਲ। दुर्दभ नाद सुनियो जहले सब कंपो ठेगन लोक लुकाए। ਔਰ ਜਿੱਥੋਂ ਤੱਕ ਨਗਾਰੇ ਦੀ ਚੋਟ ਲੱਗੀ, ਜਿੱਥੋਂ ਤੱਕ ਲੋਕਾਂ ਨੇ ਸੁਣੀ, ਸਾਰੇ ਕੰਬਣ ਲੱਗ ਪਏ ਵੀ ਆਹ ਤਾਂ ਨਗਾਰਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਵੱਜ ਰਿਹਾ ਹੈ ਜੀ। कौन पै कोप करियो प्रभ धावत कौन की मृत्यु अबे न्यारी। ਔਰ ਗੱਲਾਂ ਕਰ ਰਹੇ ਹਨ ਕਿ ਹਾਂ ਕਿਹਦੀ ਮੌਤ ਆ ਗਈ ਹੈ, ਆ ਕਿੱਧਰ ਚੜ ਪਏ। ਰਣਜੀਤ ਨਗਾਰੇ ਦੀ ਚੋਟ ਦੀ ਪਛਾਣ ਹੋ ਗਈ ਲੋਕਾਂ ਨੂੰ, ਕਿਉਂਕਿ ਇਹਦੀ ਆਵਾਜ਼ ਹੀ ਲਹਿਦਾ ਸੀ, ਤੇ ਸਭ ਤੋਂ ਤੇਜ਼ ਆਵਾਜ਼ ਰਣਜੀਤ ਨਗਾਰੇ ਦੀ। ਜਦੋਂ ਇਹ ਤਿਆਰ ਕਰਵਾਇਆ ਸੀ ਨਾ ਲੋਹਾਰਾਂ ਦੇ ਕੋਲੋਂ, ਜਿਹੜੇ ਦੇ ਨਗਾਰੇ ਦੇ ਉੱਪਰ ਤਾਂ ਚਮੜਾ ਬੰਨਿਆ ਹੁੰਦਾ, ਥੱਲੇ ਜਿਹੜਾ ਲੋਹਾ ਹੁੰਦਾ ਨਾ ਉਹ ਸਪੈਸ਼ਲ ਤਿਆਰ ਕਰਵਾਇਆ ਜਾਂਦਾ, ਜਿਵੇਂ ਢਾਲ ਹੁੰਦੀ ਹੈ ਪਿੱਤਲ ਦੀ, ਉਹ ਸਪੈਸ਼ਲ ਤਿਆਰ ਕੀਤੀ ਜਾਂਦੀ ਹੈ। ਕਈ ਤਰ੍ਹਾਂ ਦੀਆਂ ਪੁੱਠਾਂ ਦਿੱਤੀਆਂ ਜਾਂਦੀਆਂ, ਫਿਰ ਉਹ ਤਿੱਖੀ ਆਵਾਜ਼ ਨਿਕਲਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਪਿਆਰੇ ਉਸ ਨਗਾਰੇ ਦੇ ਹੇਠਲੇ ਪੀਸ ਸਨ ਲੋਹੇ ਦੇ, ਉਹਨਾਂ ਨੂੰ ਵੀ ਕਈ ਮਨ ਲੋਹੇ ਵਿੱਚੋਂ ਘੜ ਕੇ ਗਰਮ ਕਰਕੇ ਉਹ ਗੁਰੂ ਪਿਆਰੇ ਉਹ ਦੋਨੇ ਪੀਸ ਨਗਾਰੇ ਦੇ ਬਣਾਏ ਸਨ, ਜਿਨ੍ਹਾਂ ਉੱਤੇ ਚਮੜਾ ਮੜਿਆ ਹੋਇਆ। ਇਸ ਤਰ੍ਹਾਂ ਇਹ ਨਗਾਰਾ ਜਦੋਂ ਵੱਜਦਾ ਤੇ ਸਭ ਨੂੰ ਪਛਾਣ ਹੈ ਵੀ ਇਹ ਤਾਂ ਨਗਾਰਾ ਗੁਰੂ ਗੋਬਿੰਦ ਸਿੰਘ ਜੀ ਦਾ ਵੱਜਿਆ। ਅੱਜ ਕਿਹਦੀ ਮੌਤ ਆਈ ਆ, ਕਿੱਧਰ ਚੱਲ ਪਏ। होना चाहत आपको जीवना किन बिगाड़ने सुध पाए। ਕੌਣ ਆਪਣਾ ਜੀਵਨ ਨਹੀਂ ਚਾਹੁੰਦਾਗਾ। ਅੱਜ ਕਿਹਨੇ ਬਾਬੇ ਨਾਨਕ ਨਾਲ ਗੁਰੂ ਨਾਨਕ ਦੇ ਘਰ ਨਾਲ ਵਿਗਾੜ ਲਈ ਹੈ, ਪਤਾ ਨਹੀਂ ਗੁਰੂ ਸਾਹਿਬ ਕਿੱਧਰ ਨੂੰ ਚੱਲ ਪਏ। जात सो मार्ग छोड़त फंगना ताक परे गिर देश मजारे। ਇਸ ਤਰ੍ਹਾਂ ਸਿੰਘ ਗੁਰੂ ਪਿਆਰੋ ਜਾਂਦੇ ਜਾਂਦੇ ਆਕਾਸ਼ੀ ਫੈਰ ਵੀ ਕਰਦੇ ਆ ਬੰਦੂਕਾਂ ਦੇ ਨਾਲ, ਤੇ ਪਹਾੜ ਵੀ ਕੰਬਣ ਲੱਗੇ ਜਿਸ ਵੇਲੇ ਘੋੜਿਆਂ ਦੀਆਂ ਸੋਮਾਂ ਤੇ ਨਗਾਰੇ ਦੀਆਂ ਚੋਟਾਂ ਵੱਜਦੀਆਂ ਹਨ। श्री गुरु गोबिंद सिंह को प्यो मतहीन को किन किन बिगारे। ਇਹ ਕਿਹੜੇ ਮੂਰਖ ਨੇ ਗੁਰੂ ਗੋਬਿੰਦ ਸਿੰਘ ਨਾਲ ਵਿਗਾੜ ਲਈ ਹੈ। ਆਹ ਤਾਂ ਨਗਾਰੇ ਦੀ ਚੋਟ ਗੁਰੂ ਦਾ ਗੁੱਸਾ ਜ਼ਾਹਰ ਕਰਦੀ ਆ ਲੱਗਦਾ। भाजत एकमा और त्रासत एक दुरे ने दे दिखारे। ਔਰ ਜਿਹਨੂੰ ਵੀ ਪਤਾ ਲੱਗ ਜਾਂਦਾ ਹੈ, ਆਵਾਜ਼ ਸੁਣਦੇ ਆ ਲੋਕ ਅੰਦਰ ਲੁਕਣੇ ਸ਼ੁਰੂ ਹੋ ਜਾਂਦੇ ਐ। ਜਿਵੇਂ ਬਿੱਲੀ ਦੀ ਆਉਣ ਦਾ ਪਤਾ ਲਾ ਕੇ ਚੂਹੇ ਖੱਡਾਂ 'ਚ ਵੜਨ ਲੱਗਦੇ ਆ, ਹੁਣ ਤਾਂ ਪਹਾੜੀਆਂ ਨੂੰ ਖਤਰਾ ਪੈਦਾ ਹੋ ਗਿਆ ਹੈ। ਕਹਿਣ ਲੱਗੇ ਸਾਰੇ ਵੇਖ ਕੇ ਲੁਕਣ ਲੱਗੇ। तेज तरे बल पूर प्रेम जात परे प्रभ की असवारी। ਔਰ ਇਸ ਤਰ੍ਹਾਂ ਬੜੇ ਤੇਜ਼ ਪ੍ਰਤਾਪ ਦੇ ਨਾਲ, ਬੜੇ ਜਾਹੋ ਜਲਾਲ ਦੇ ਨਾਲ ਗੁਰੂ ਕੀ ਅਸਵਾਰੀ ਜਾ ਰਹੀ ਹੈ। बाजत दे निशान बयानत छोर निशान को चीर दियो। ਔਰ ਗੁਰੂ ਪਿਆਰਿਓ ਨਿਸ਼ਾਨ ਸਾਹਿਬ ਦੇ ਫਰਲੇ ਖੋਲ ਦਿੱਤੇ, ਉੱਡ ਰਹੇ ਹਨ। ਔਰ ਇੱਕ ਨਿਸ਼ਾਨ ਦਾ ਅਰਥ ਹੈ ਨਿਸ਼ਾਨ ਸਾਹਿਬ ਫਰਲੇ ਵਾਲਾ, ਦੂਜੇ ਨਿਸ਼ਾਨ ਦਾ ਅਰਥ ਹੈ ਨਗਾਰਾ। ਨਗਾਰੇ ਤੇ ਚੋਟਾਂ ਵੱਜਦੀਆਂ ਜਾ ਰਹੀਆਂ ਤੇ ਨਿਸ਼ਾਨ ਸਾਹਿਬ ਦੇ ਫਰਲੇ ਉੜਦੇ ਜਾ ਰਹੇ ਹਨ ਤੇ ਘੋੜੇ ਭੱਜੇ ਜਾ ਰਹੇ ਹਨ। जो फररे पहरावत है जना कौन लगे कन जात ते हो। ਇਸ ਤਰ੍ਹਾਂ ਗੁਰੂ ਪਿਆਰਿਓ ਹਵਾ ਜਿਹੜੀ ਹੈ ਜਿਵੇਂ ਬੱਦਲਾਂ ਨੂੰ ਭਜਾ ਦਿੰਦੀ ਹੈ, ਇਉਂ ਫਰਲੇ ਉੱਡ ਰਹੇ ਹਨ ਤੇ ਘੋੜੇ ਭੱਜੇ ਜਾ ਰਹੇ ਹਨ। दूर ने आयो लंग नदी कहो पैंड बड़ो कल मोट लियो। ਔਰ ਗੁਰੂ ਪਿਆਰਿਓ ਬੜੀ ਤੇਜ਼ੀ ਦੇ ਨਾਲ ਸਿੰਘ ਜਿਹੜੇ ਸਨ ਗੁਰੂ ਸਾਹਿਬ ਦੀ ਅਗਵਾਈ 'ਚ ਕਲਮੋਟ ਨਗਰ ਵਿੱਚ ਪਹੁੰਚ ਗਏ। और जग ही पहुंचे तिन पे गिर पै चढ़ देखन दुर्ग कियो। ਔਰ ਜਦੋਂ ਅਚਾਨਚਕ ਪਾਤਸ਼ਾਹ ਜੀ ਉਸ ਨਗਰ ਦੇ ਨੇੜੇ ਪਹੁੰਚੇ ਤੇ ਨਗਾਰਾ ਉੱਥੇ ਜਾ ਕੇ ਵੀ ਵਜਾਇਆ।
ਤੇ ਕਲਮੋਟ ਦੇ ਗੁਜਰਾ ਰੰਗੜਾ ਨੇ ਕਹਿੰਦੇ ਆਪਣੇ ਕਿਲੇ ਦੇ ਉੱਤੇ ਚੜ ਕੇ ਦੇਖਿਆ ਵੀ ਆ ਕੌਣ ਆਉਂਦਾ ਹੈ। ਮੜਿਓ ਦਲ ਗੋਬਿੰਦ ਸਿੰਘ ਕੋ ਵਾਰਨਾ ਪਾਰ ਸੋ ਮਾਰਨ ਤਾਇਓ। ਔਰ ਉਹਨਾਂ ਨੇ ਵੇਖਿਆ ਕਿ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਦਲ ਉੱਡੇ ਆ ਰਿਹਾ ਹੈ, ਕਲਮੋਟ ਪਿੰਡ ਨੂੰ ਮਾਰਨ ਵਾਸਤੇ ਆ ਰਹੇ ਨੇ ਸਾਨੂੰ ਲੱਗਦਾ ਹੈ। ਆਇਸ ਦੀਨ ਪ੍ਰਭੂ ਰਿਸਕੀਨਾ ਲੀਜੇ ਸਭ ਛੀਨ ਬਤੂ ਸਮਦਾਇਓ। ਚਲੋ ਸਿੰਘੋ ਕਰੋ ਇਹਨਾਂ ਤੇ ਹਮਲਾ, ਜਿਨ੍ਹਾਂ ਨੇ ਸੰਗਤਾਂ ਤੋਂ ਜੋ ਸਮਾਨ ਖੋਇਆ ਸਾਰਾ ਇਹਨਾਂ ਤੋਂ ਵਾਪਸ ਲਓ। ਸ਼ਰੋਣ ਬਿਖੇ ਸੁਨ ਸਿੰਘ ਰਿਸੇ ਮਨ ਧਾਇ ਪਰੇ ਗਨ ਰੋਲ ਉਠਾਇਓ। ਔਰ ਗੁਰੂ ਕਿਆ ਹੁਕਮ ਹੁੰਦਿਆ ਹੀ ਗੁਰੂ ਪਿਆਰੋ ਸਿੰਘ ਤਾਂ ਬੜੀ ਤੇਜ਼ੀ ਦੇ ਨਾਲ ਜੰਗ ਕਰਨ ਨੂੰ ਤਿਆਰ ਸਨ, ਤੇ ਗੁਰੂ ਦਾ ਹੁਕਮ ਸੁਣਦਿਆਂ ਹੀ ਭੱਜ ਕੇ ਇਹਨਾਂ ਦੇ ਵਿੱਚ ਵੜ ਗਏ ਤੇ ਪਿੰਡ ਵਿੱਚ ਰੌਲਾ ਪੈ ਗਿਆ ਜੀ। ਘੇਰ ਲਿਓ ਕਲਮੋਟ ਕੋ ਕੋਟ ਚਲੇ ਬਹੁ ਚੋਟ ਨੋਟ ਕਿਉ ਪਾਇਓ। ਔਰ ਹੁਣ ਕੀ ਹੋਇਆ, ਜਿਹੜੇ ਸੀ ਨਾ ਲੋਕਾਂ ਨੂੰ ਲੁੱਟਣ ਵਾਲੇ, ਇਹਨਾਂ ਨੇ ਆਪਣਾ ਕਿਲਾ ਬਣਾਇਆ ਹੋਇਆ ਸੀਗਾ ਔਰ ਕਿਲੇ ਵਿੱਚ ਵੜ ਜਾਂਦੇ ਸੀ ਲੁੱਟ ਕੇ ਖੋਹ ਖੜ ਕੇ। ਇਹਨਾਂ ਨੇ ਕਲਮੋਟ ਦੇ ਉਸ ਕਿਲੇ ਨੂੰ ਘੇਰਾ ਪਾ ਲਿਆ ਹੈ ਔਰ ਗੁਰੂ ਪਿਆਰਿਓ ਹੁਣ ਨਗਾਰੇ ਤੇ ਚੋਟਾਂ ਲੱਗਣ ਲੱਗੀਆਂ ਤੇ ਜਿਹੜੇ ਰੰਗੜ ਸਨ ਉਹ ਕਿਲੇ ਦੀ ਓਟ ਵਿੱਚ ਲੁਕਣ ਲੱਗੇ ਜੀ। ਧਾਮ ਨੇ ਜਾਏ ਪ੍ਰਵੇਸ਼ ਪਏ ਬਹੁਤ ਰਸ ਦੇ ਖਲ ਭੱਜ ਗਏ। ਔਰ ਕਈ ਭੱਜ ਕੇ ਘਰਾਂ 'ਚ ਵੜ ਗਏ ਤੇ ਕਈ ਡਰਦੇ ਹੋਏ ਪਿੰਡ 'ਚੋਂ ਭੱਜਣ ਲੱਗੇ। ਕੀਤ ਹੱਥ ਤੁਫੰਗਨ ਲੈ ਕਸ ਮਾਰਤ ਸਿੰਘਨ ਤਾਕ ਲਏ। ਔਰ ਕਈਆਂ ਨੇ ਦੁਸ਼ਟਾਂ ਨੇ ਲੁਟੇਰਿਆਂ ਨੇ ਬੰਦੂਕਾਂ ਵੀ ਰੱਖੀਆਂ ਹੋਈਆਂ ਤੇ ਸਿੰਘਾਂ ਦੇ ਵੱਲ ਨਿਸ਼ਾਨੇ ਕਰਕੇ ਮਾਰਨ ਦੀ ਸਲਾਹ ਕੀਤੀ ਹੈ। ਉੱਚੇ ਆਵਾਸਨ ਹੋਏ ਮਵਾਸ ਚਲਾਏ ਬੰਦੂਕਨ ਕਾਏ ਕਏ। ਔਰ ਇਹਨਾਂ ਨੇ ਕਿਲੇ ਦੇ ਉੱਤੋਂ ਬੰਦੂਕਾਂ ਦੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਤੋ ਅਬ ਲੋਕ ਕੇ ਪਾਲਣ ਖੈਚ ਕੇ ਸ਼ਤਰਗ ਵਾਰ ਸੋ ਮਾਰ ਦਿਏ। ਜੋ ਸਿੰਘਾਂ ਨੂੰ ਜ਼ਖਮੀ ਕਰ ਗਈਆਂ ਗੁਰੂ ਪਿਆਰਿਓ, ਤੇ ਇਧਰ ਤੋਂ ਅਬ ਲੋਕ ਕਿਰਪਾਨਨ ਖਿੱਚ ਕੇ ਸ਼ਤਰ ਗਵਾਰ ਸੋ ਮਾਰ ਦਿਏ ਤੇ ਗੁਰੂ ਕੇ ਸਿੰਘਾਂ ਨੇ ਉਹਨਾਂ ਨੂੰ ਜਾ ਘੇਰਾ ਪਾਇਆ, ਤਲਵਾਰਾਂ ਦੇ ਨਾਲ ਵੱਢਣੇ ਸ਼ੁਰੂ ਕੀਤੇ ਜੀ। ਹੋਣ ਲਗੇ ਕਟਿਆਪੁਰ ਮੇ ਠਹਿਰੇ ਨੈ ਪੈਰ ਮਹਾ ਡਰ ਪਾਏ। ਇਸ ਤਰ੍ਹਾਂ ਗੁਰੂ ਪਿਆਰੋ ਕੱਟ ਵੱਡੀ ਹੋਣ ਲੱਗੀ, ਹੁਣ ਕੋਈ ਖੜਦਾ ਨਹੀਂ ਡਰਦਾ। ਕੀਤਕ ਸਮੂਏ ਹੋਏ ਮਰੇ ਰਾਣਾ ਕੀਤਕ ਕਾਤਰ ਹੋਏ ਪਲਾਏ। ਕਈ ਤਾਂ ਸਾਹਮਣੇ ਹੋ ਕੇ ਲੜਨ ਲੱਗੇ ਤੇ ਕਈ ਡਰੋਕਲ ਡਰਦੇ ਭੱਜਣ ਲੱਗੇ ਜੀ। ਬਾਰ ਪਰੀ ਦੁਰਜਨ ਕੇ ਉਪਰ ਘਾਇਲ ਹੈ ਤਰ ਪੇ ਤਰਫਾਏ। ਦੁਰਜਨ ਹੁੰਦਾ ਮਾੜੇ ਬੰਦੇ। ਇਹਨਾਂ ਰੰਗੜਾਂ ਨੇ ਗੁਜਰਾਂ ਨੇ ਗੁਰੂ ਕੀਆਂ ਸੰਗਤਾਂ ਨੂੰ ਲੁੱਟਿਆ ਸੀ ਤੇ ਇਹਨਾਂ ਤੇ ਐਸੀ ਮਾਰ ਪਈ ਗੁਰੂ ਕੀਆਂ ਫੌਜਾਂ ਦੀ, ਗੁਰੂ ਕੀਆਂ ਸਿੰਘਾਂ ਦੀ। ਤਾਂ ਹੁਣ ਕੀ ਹੋਇਆ, ਉਹ ਕਰ ਜੋਰ ਨਿਹੋਰਤ ਹੈ ਮੁਕਾ ਮੋਰਤ ਹੈ ਨਾ ਕਨੇਰ ਪਕਾਏ। ਕਈ ਹੱਥ ਬੰਨ ਕੇ ਕਹਿੰਦੇ ਸਾਨੂੰ ਛੱਡ ਦਿਓ ਤੇ ਪਾਤਸ਼ਾਹ ਕਹਿੰਦੇ ਜਿਹੜਾ ਸ਼ਰਨ ਵਿੱਚ ਆ ਜੇ ਉਹਨੂੰ ਮਾਰਨਾ ਨਹੀਂਗਾ। ਕਈਆਂ ਨੇ ਮਾਫੀਆਂ ਮੰਗ ਲੀਆਂ ਤੇ ਜਿਹੜਾ ਲੜਨ ਲੱਗਿਆ ਉਹਨਾਂ ਨੂੰ ਸਿੰਘਾਂ ਨੇ ਝਟਕਾ ਦਿੱਤਾ ਹੈ। ਕੀਤਕ ਮਾਰਤ ਫੰਗਨ ਅੰਗਨ ਰੰਗ ਸੁਰੰਗ ਕਰੀ ਤਤ ਕਾਲਾ। ਕਈਆਂ ਨੇ ਬੰਦੂਕਾਂ ਦੀਆਂ ਗੋਲੀਆਂ ਮਾਰ ਕੇ ਤਲਵਾਰਾਂ ਮਾਰ ਕੇ ਰੰਗ ਲਾਲ ਕਰਤਾ, ਉਹਨਾਂ ਦਾ ਭਾਵ ਜ਼ਖਮੀ ਹੋ ਗਏ ਜੀ। ਇੱਜ਼ਤ ਕੇ ਤਨ ਮਾਰ ਕਿਰਪਾਨਨਾ ਘੇਰ ਲਿਓ ਕਰ ਘਾਵ ਕਰਾਲਾ। ਜਿਹੜੇ ਲੜਨ ਲੱਗੇ ਸੀ ਖਾਲਸੇ ਦੇ ਨਾਲ, ਉਹਨਾਂ ਦੇ ਉੱਤੇ ਖਾਲਸੇ ਨੇ ਹਮਲਾ ਕੀਤਾ ਹੈ ਔਰ ਸਿੱਟ ਲਏ ਜੀ। ਕਾਮੋ ਤੰਗਨ ਕੋ ਤਜ ਕੇ ਭਜ ਕੇ ਸਭ ਕੋਟ ਕੋਟ ਸੰਭਾਲਾ। ਔਰ ਹੁਣ ਸਾਰਿਆਂ ਨੇ ਕਿਲੇ ਦੀ ਓਟ ਨੂੰ ਲੈਣਾ ਕੀਤਾ। ਹੁਣ ਪਿੰਡਾਂ ਵਾਲੇ ਕਿਲੇ ਵੱਲ ਭੱਜਣ ਲੱਗੇ, ਜਿਹੜਾ ਇਹਨਾਂ ਨੇ ਕਿਲਾ ਬਣਾਇਆ ਸੀ। ਬਾਹਰ ਜੇਤਕ ਜਾਹਰ ਥੇ ਸਭ ਮਾਰ ਲਿਏ ਬੜ ਆਹਰ ਨਾਲਾ। ਔਰ ਬੜੀ ਤੇਜ਼ੀ ਦੇ ਨਾਲ ਸਿੰਘਾਂ ਨੇ ਜਿੰਨੇ ਲੋਕ ਕਿਲੇ ਤੋਂ ਬਾਹਰ ਸੀ ਉਹਨਾਂ ਨੂੰ ਮਾਰਨਾ ਕੀਤਾ ਹੈ ਜੀ। ਲੂਟ ਲੈ ਅਰ ਕੋਟ ਦੇ ਅਰ ਫੁੱਟ ਗਏ ਸਿਰ ਛੁੱਟ ਸਪਰਾਨਾ। ਔਰ ਇਉਂ ਸਿੰਘਾਂ ਨੇ ਇਹਨਾਂ ਦੇ ਕੋਲੋਂ ਖੋਇਆ ਹੋਇਆ ਸਮਾਨ ਖੋਹ ਲਿਆ ਹੈ ਜੋ ਸੰਗਤਾਂ ਨੂੰ ਖੋਇਆ, ਔਰ ਇਹਨਾਂ ਨੂੰ ਕੁੱਟਿਆ ਤੇ ਬਹੁਤ ਸਾਰੇ ਮਰ ਗਏ ਤੇ ਕਈਆਂ ਦੀ ਜਾਨ ਨਿਕਲ ਗਈ, ਕਈਆਂ ਦੇ ਸਿਰ ਫੁੱਟ ਗਏ। ਗ੍ਰਾਮ ਕੇ ਧਾਰਨ ਸਿੰਘ ਬਰੇ ਤੇ ਨਾ ਤ੍ਰਿਯਨ ਦੇਖ ਕਰ ਤਰਾਸ ਮਹਾਨਾ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਇਸਤਰੀਆਂ ਨੂੰ ਸਿੰਘਾਂ ਨੇ ਉਦਾਂ ਹੀ ਡਰਾ ਕੇ ਭਜਾ ਦਿੱਤਾ ਹੈ। ਪਿੰਡ ਵਿੱਚ ਦਾਖਲ ਹੋ ਗਏ ਜੀ। ਬਾਹਰ ਦੂਰ ਨਿਕਾਰ ਦਏ ਸਿਰ ਪੀਟਤ ਹੈ ਕਿਸ ਜਾਏ ਸਥਾਨਾ। ਇਸਤਰੀਆਂ ਤੇ ਹਮਲਾ ਨਹੀਂ ਕੀਤਾ, ਹਮਲਾ ਉਹਨਾਂ ਤੇ ਕੀਤਾ ਜਿਨ੍ਹਾਂ ਨੇ ਆਉਂਦੀ ਹੋਈ ਸੰਗਤ ਨੂੰ ਲੁੱਟਿਆ। ਸੰਗਤ ਨੇ ਆ ਕੇ ਦੱਸਿਆ ਮਹਾਰਾਜ ਅਸੀਂ ਤੁਹਾਡਾ ਦਸਵਾਂ ਦਸਾਉਣ ਤੇ ਭੇਟਾਵਾਂ ਲੈ ਕੇ ਆ ਰਹੇ ਸੀ, ਜਿਹੜੀਆਂ ਕਲਮੋਟ ਪਿੰਡ ਦੇ ਰੰਗੜਾ ਗੁਜਰਾਂ ਨੇ ਸਾਥੋਂ ਖੋਹ ਲਈਆਂ।
ਖਾਲਸਾ ਐਵੇਂ ਕਿਸੇ ਤੇ ਹਮਲਾ ਨਹੀਂ ਕਰਦਾਗਾ। ਜਦ ਮੈਂ ਬਾਣ ਲਾਗਿਓ ਤਾਂ ਮੈਂ ਰੋਜ਼ ਜਾਗਿਓ, ਇਹ ਗੱਲ ਯਾਦ ਰੱਖਿਓ। ਇਸ ਕਰਕੇ ਸਤਿਗੁਰਾਂ ਦੇ ਸਿੰਘਾਂ ਨੇ ਬੀਬੀਆਂ ਨੂੰ ਕੁਝ ਨਹੀਂ ਕਿਹਾ, ਉਹਨਾਂ ਨੂੰ ਕਿਹਾ ਤੁਸੀਂ ਪਰੇ ਹੋ ਜਾਓ, ਅਸੀਂ ਇਹਨਾਂ ਨਾਲ ਦੋ ਹੱਥ ਕਰਨੇ ਆ, ਇਹਨਾਂ ਨੇ ਸਾਡੀ ਸੰਗਤ ਨੂੰ ਲੁੱਟਿਆ। ਔਰ ਬੀਬੀਆਂ ਪਰੇ ਜਾ ਕੇ ਰੋਣ ਲੱਗੀਆਂ ਉੱਚੀ ਉੱਚੀ। ਪਿਓ ਸਭੇ ਤਿਉ ਦਿਨ ਨਾਥ ਅਥਿਉ ਤਾਮਾ, ਪੰਜ ਪਿਓ ਦੇ ਦਾਇਕ ਨਾਨਾ। ਇਸ ਤਰ੍ਹਾਂ ਦਿਨ ਬੀਤ ਗਿਆ, ਦਿਨ ਨਾਥ ਭਾਵ ਸੂਰਜ ਛਿਪ ਗਿਆ ਹੈ ਅਤੇ ਸੂਰਜ ਡੁੱਬਿਆ ਤੇ ਭਿਆਨਕ ਹਨੇਰਾ ਹੋ ਗਿਆ ਹੈ ਜੀ। ਘੋਰ ਉਲੋਕ ਸੋ ਬੋਲ ਉਠੇ ਗਾਨਾ, ਚਾਬਕ ਆਨ ਪ੍ਰਕਾਰ ਕਰੇ। ਔਰ ਰਾਤ ਪੈ ਗਈ ਤੇ ਉੱਲੂ ਬੋਲਣ ਲੱਗੇ। ਗਿੱਦੜ ਜਿਹੜੇ ਮਾਸ ਖਾਣ ਵਾਲੇ ਜਾਨਵਰ ਹਨ, ਉਹ ਕਲਮੋਟ ਪਿੰਡ ਵਿੱਚ ਆ ਵੜੇ ਜੀ। ਕੂਕਰ ਕੂਕਤ ਮਾਸ ਕਾਵਤ, ਰੋਰ ਭਰੇ ਬੋ ਤਾਹੇ ਭਰੇ। ਕਿਉਂ ਗਿੱਦੜ ਕੁੱਤੇ ਆਦਿ ਜਿਹੜੇ ਮਾਸ ਖਾਣ ਵਾਲੇ ਜਾਨਵਰ ਹੈ, ਉੱਚੀ ਉੱਚੀ ਚੀਕਾਂ ਮਾਰਨ ਲੱਗੇ ਜੀ। ਦੁਰਗਮ ਵਾਸ ਗਵਾਰਨ ਕੀਨਾ, ਤੁਫੰਗਰ ਕੀ ਦਿਨ ਮਾਰ ਤਰੇ। ਔਰ ਜਿਨ੍ਹਾਂ ਮੂਰਖਾਂ ਨੇ ਗੁਰੂ ਪਿਆਰਿਓ ਕਿਲੇ ਦੀ ਓਟ ਲੈਣੀ ਕੀਤੀ ਸੀ ਸਿੰਘਾਂ ਨੇ, ਉਹਨਾਂ ਨੂੰ ਵੀ ਬੰਦੂਕਾਂ ਦੇ ਨਿਸ਼ਾਨਿਆਂ ਨਾਲ ਫੁੰਡਿਆ ਤੇ ਮਾਰ ਲਿਆ ਹੈ ਜੀ। ਸਿੰਘ ਬਰੇ ਵਿੱਚ ਧਾਵਨ ਕੇ ਚਹਿ, ਨੇਰ ਕਰਿਓ ਹੱਥ ਲੈ ਅਰੇ। ਇਸ ਤਰ੍ਹਾਂ ਸਿੰਘ ਉਸ ਕਿਲੇ ਦੇ ਅੰਦਰ ਵੈਰੀ ਦੇ ਕੋਲ ਜਾਣਾ ਚਾਹੁੰਦੇ ਸਨ ਤੇ ਨੇੜੇ ਪਹੁੰਚ ਗਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਥਿਰੇ ਜਹ, ਸਿੰਘ ਗਏ ਕਰ ਜੋਰ ਬਖਾਨੈ। ਔਰ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਏ ਸਾਬ ਉਚਾਰੋ ਸ੍ਰੀ ਪ੍ਰਭ, ਹੀਲ ਕੋ ਕਾਇਲ ਅਬੇਰ ਬਹਾਨੈ। ਅਸੀਂ ਕਿਲੇ ਦੇ ਅੰਦਰ ਵੜਨਾ ਚਾਹੁੰਦੇ ਹਾਂ, ਕੀ ਹੁਕਮ ਹੈ ਤੁਹਾਡਾ, ਕਰੀਏ ਹਮਲਾ? ਕੋਟ ਮੈਂ ਕੂਦ ਕਰੇ ਕਟਿਆ ਨਹਿ, ਛੋੜेंगे ਇੱਕ ਪੀਜੁਤ ਪ੍ਰਾਨੈ। ਅਸੀਂ ਕਿਲੇ ਦੇ ਵਿੱਚ ਵੜਨ ਲੱਗੇ ਆ, ਕੰਧਾਂ ਕੁੱਦ ਕੇ ਕਿਲੇ ਦੀਆਂ ਅੰਦਰ ਜਾਵਾਂਗੇ ਔਰ ਇੱਕ ਵੀ ਰੰਗੜ ਜਿਉਂਦਾ ਨਹੀਂ ਛੱਡਣਾ ਹੁਣ। ਸਿੰਘ ਰਹੇ ਰੂਪ ਢੂਕ ਚਲੇ ਡਿਗ, ਆਪਕੇ ਬਾਪ ਕੀ ਦੇਰ ਪਛਾਨੈ। ਔਰ ਸਿੰਘ ਜਿਹੜੇ ਕਿਲੇ ਦੇ ਬਾਹਰ ਖੜੇ ਹਨ, ਦੱਸੋ ਤੁਹਾਡਾ ਕੀ ਹੁਕਮ ਹੈ, ਕਹੋ ਤਾਂ ਵੜ ਜੀਏ ਅੰਦਰ। ਸ੍ਰੀ ਪ੍ਰਭ ਧੀਰਜ ਦੀਨ ਪ੍ਰੀਬ ਕਰੇ, ਰਿਪ ਦੀਨ ਬਰੇ ਗੜ ਜਾਏ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਧੀਰਜ ਦਿੱਤਾ। ਵੈਰੀ ਨਿਵਾਰੇ ਹੋ ਗਏ ਹਨ, ਵੈਰੀ ਦੁਸ਼ਮਣ ਡਰ ਗਿਆ ਹੈ, ਡਰਦਾ ਹੋਇਆ ਕਿਲੇ ਵਿੱਚ ਲੁਕ ਗਿਆ ਹੈ। ਰਾਤ ਮੈਂ ਕੋਪ ਨਾ ਬਾਦ ਕਰੋ ਥਿਰਤਾ, ਗੈ ਬੈਠ ਰਹੋ ਸਮਦਾਏ। ਬਹਿ ਜੋ ਚੁੱਪ ਕਰਕੇ, ਹੁਣ ਉਹਨਾਂ ਤੇ ਹਮਲਾ ਨਹੀਂ ਕਰਨਾ। ਇੱਕ ਤਾਂ ਉਹ ਡਰ ਗਿਆ, ਦੁਸ਼ਮਣ ਕਿਲੇ ਵਿੱਚ ਵੜ ਗਿਆ, ਡਰਦਾ, ਇੱਕ ਹਨੇਰਾ ਹੋ ਗਿਆ ਰਾਤ ਦਾ ਸਮਾਂ। ਛੱਡੋ ਗੁੱਸਾ, ਤੁਸੀਂ ਬਹਿ ਜਾਓ, ਕੱਲ ਨੂੰ ਦੇਖਾਂਗੇ। ਹੋਤ ਪ੍ਰਭਾਤ ਫਤਿਹ ਕਰਿਓ ਸਭ, ਦਿਓ ਨਾਸ ਨ ਜਾਏ ਪਲਾਏ। ਕੋਈ ਨਹੀਂ, ਕੱਲ ਨੂੰ ਦਿਨ ਚੜ੍ਹਨ ਦਿਓ, ਫੇਰ ਆਪਾਂ ਸਭ ਨੂੰ ਮਾਰ ਦੇਵਾਂਗੇ ਜੇ ਨਾ ਭੱਜੇ। ਮੋਢਨ ਸੰਗਤ ਛੀਨ ਲਈ ਤਿਸ ਕੋ, ਪਲਟਾ ਹਮਲੇ ਅਬ ਪਾਏ। ਇਹਨਾਂ ਮੂਰਖਾਂ ਨੇ ਸਾਡੀ ਸੰਗਤ ਨੂੰ ਦੁੱਖ ਦਿੱਤਾ ਹੈ, ਇਹਦਾ ਬਦਲਾ ਤਾਂ ਇਹਨਾਂ ਦੁਸ਼ਟਾਂ ਤੋਂ ਲੈ ਕੇ ਜਾਵਾਂਗੇ। ਆਲਮ ਸਿੰਘ ਉਦੇ ਸਿੰਘ ਆਦਿਕ, ਫੇਰ ਕੇ ਹੋ ਪ੍ਰਭ ਸੋ ਕਰ ਜੋਰੇ। ਭਾਈ ਆਲਮ ਸਿੰਘ ਤੇ ਉਦੇ ਸਿੰਘ ਹੱਥ ਬੰਨ ਕੇ ਬੇਨਤੀ ਕਰਦੇ ਹਨ, ਰਾਤੇ ਮੇਰੇ ਭਗਤਨ ਦਿਓ ਨਿਪਾਤ, ਕਰੇ ਛਿਨ ਮੇ ਸਭ ਟੋਰੇ। ਮਹਾਰਾਜ ਸਾਨੂੰ ਹੁਣੇ ਆਗਿਆ ਦਿਓ, ਅਸੀਂ ਹੁਣੇ ਜਾ ਕੇ ਮਾਰੀਏ। ਦਿਨ ਚੜੇ ਤਾਂ ਇਹਨਾਂ ਨੇ ਭੱਜ ਜਾਣਾ, ਲੱਭਣਾ ਨਹੀਂ। ਭਾਜ ਨਾ ਜਾਏ ਕਿ ਆਏ ਸਹਾਇਕ ਕੋ, ਕਰ ਘਾਤ ਨਾ ਜਾਵੇ ਚੋਰੀ। ਕਿਤੇ ਦਾ ਲਾ ਕੇ ਭੱਜ ਨਾ ਜਾਣ, ਜਾਂ ਕਿਸੇ ਸਹਾਇਕ ਨੂੰ ਬੁਲਾ ਕੇ ਸਾਡੇ ਤੇ ਹਮਲਾ ਨਾ ਕਰ ਦੇਣ। ਅਸੀਂ ਹੁਣੇ ਹੀ ਕਿਲੇ 'ਚ ਵੜੀਏ। ਐਵੇਂ ਤੇ ਆਦਿਕ ਬਿਗਨ ਕਨਿਆ ਬਾਹਿਰ ਕੋ ਕਾਲਣ ਦਿਓ ਸਜੋਰੇ। ਕਿਰਪਾ ਕਰੋ, ਬੇਨਤੀ ਕਰਦੇ ਆ, ਸਾਨੂੰ ਹਮਲਾ ਕਰਨ ਦਾ ਹੁਕਮ ਦਿਓ, ਹੁਣ ਹੀ ਮੌਕਾ ਹੈ। ਸ਼੍ਰੀ ਕਲਗੀਧਰ ਸਿੰਘਨ ਕੋ ਕਹਿ, ਧੀਰਜ ਨਾਇ ਕਰੋ ਸਹਸਾਈ। ਬਾਦਸ਼ਾਹ ਕਹਿੰਦੇ ਧੀਰਜ ਰੱਖੋ, ਨਾ ਕਾਲੀ ਕਰੋ, ਟੁਕ ਜਾਓ ਹੁਣ ਤੁਸੀਂ। ਚਾਰੋ ਓਰਨ ਘੇਰਨ ਘੇਰਾ, ਸਜੋਰੇ ਰਾਖੋ ਕੀ ਤਕਰਾਏ। ਜੇ ਤੁਹਾਨੂੰ ਇੰਨਾ ਹੀ ਹੈ ਵੀ ਭੱਜ ਨਾ ਜਾਣ, ਤੁਸੀਂ ਕਿਲੇ ਦੇ 4 ਛਪੇਰੇ ਪਹਿਰਾ ਲਾ ਦਿਓ, ਇਹਨਾਂ ਨੂੰ ਬਾਹਰ ਨਹੀਂ ਨਿਕਲ ਦੇਣਾ। ਕਾਲ ਪੂਜਿਓ ਨ ਜਾਤ ਨਹੀਂ ਕਿਤ ਕਾ, ਇੱਕ ਘਾਤ ਸੋ ਹੱਥ ਨ ਆਏ। ਔਰ ਇਹਨਾਂ ਦਾ ਮੌਤ ਆ ਗਈ ਹੈ, ਹੁਣੇ ਕਿਧਰੇ ਜਾ ਨਹੀਂ ਸਕਦੇ, ਇਹਨਾਂ ਦਾ ਕਾਲ ਆ ਗਿਆ ਹੈ, ਇਹ ਕਿੱਥੇ ਜਾਣਗੇ ਹੁਣ। ਹੋਤ ਪ੍ਰਭਾਤ ਕਰੋ ਸਭ ਘਾਤ, ਰਹੋ ਸਵਦਾਨ ਇਹ ਪਰਿਆਏ। ਤੜਕੇ ਦਿਨ ਚੜੇ ਹਮਲਾ ਕਰਾਂਗੇ, ਇਸੇ ਜੀ ਭਲਾ ਹੈ, ਹੁਣ ਰੁਕ ਜਾਓ। ਆਇ ਸਮਾਨ ਸੁਜਾਨ ਗੁਰੂ ਪਟ, ਗ੍ਰਾਮ ਕੇ ਤਾਮ ਆਰਾਮ ਕਰਿਓ।
ਸਤਿਗੁਰਾਂ ਦੀ ਆਗਿਆ ਮੰਨ ਕੇ ਸਿੰਘਾਂ ਨੇ ਫਿਰ ਉੱਥੇ ਕਿਲੇ ਦੇ ਆਸੇ-ਪਾਸੇ ਨਾਲੇ ਤਾਂ ਪਹਿਰਾ ਲਾ ਲਿਆ, ਨਾਲੇ ਆਰਾਮ ਕਰਨ ਲੱਗੇ। ਚਾਰੂ ਔਰਨ ਘੇਰ ਰੱਖਿਓ ਗਾਡਾ, ਤੀਰ ਤਫੰਗਨ ਹੱਥ ਧਰਿਓ। ਹੱਥਾਂ ਦੇ ਵੀ ਸ਼ਸਤਰ ਤਿਆਰ ਬਰਤਿਆਰ ਰੱਖ ਕੇ ਕਿਲੇ ਨੂੰ ਘੇਰਾ ਪਾ ਕੇ ਬੈਠ ਗਏ। ਅੰਦਰ ਤੇ ਗੁਲ ਕਾਗਨ ਮਾਰਤਾ, ਜਾਤ ਹੈ ਬਾਦ ਨਾ ਕੋਈ ਮਰਿਓ। ਅੰਦਰੋਂ ਗੋਲੀਆਂ ਚਲਾਉਂਦੇ ਆ, ਪਰ ਸਿੰਘ ਵੀ ਕਿਲੇ ਦੀ ਓਟ ਵਿੱਚ ਹੇਠਾਂ ਕੰਧ ਦੀ ਜੜ 'ਚ ਬੈਠੇ ਹਨ, ਉਹਨਾਂ ਦੀ ਗੋਲੀ ਲੱਗਦੀ ਨਹੀਂ। ਰਾਖਤ ਦੇ ਕਰ ਆਪ ਪ੍ਰਭੂ ਬਿਨਾ, ਕਾਵ ਸਭੇ ਦਲ ਪੁੰਜ ਫਿਰਿਓ। ਇਹ ਗੁਰੂ ਦੀ ਕਿਰਪਾ ਸਦਕਾ ਸਾਰਾ ਦਲ ਜਿਹੜਾ ਹੈ ਠੀਕ ਠਾਕ ਹੈ, ਉਹਨਾਂ ਤੇ ਕੋਈ ਹਮਲਾ ਉਹਨਾਂ ਦਾ ਨਹੀਂ ਚੱਲਿਆ, ਕੋਈ ਵੀ ਜਿਹੜਾ ਹੈ ਜ਼ਖਮੀ ਨਹੀਂ ਹੋ ਸਕਿਆ। ਕੰਟਕ ਸਾਕਟ ਪਾਏ ਕਨੋ ਗਾਡਾ, ਬੀਚ ਕਰੇ ਡਬਰਾਵਤ ਹੈ। ਉਹਨੇ ਗੁੰਜਰ ਜਿਹੜੇ ਹਨ ਡਰੇ ਹੋਏ ਹਨ, ਕਿਲੇ ਦੇ ਵਿੱਚ ਵੀ ਡਰ ਰਹੇ ਨੇ। ਜੀਨ ਕੀ ਨਿਆਸ ਧਰੇ ਲੁੱਟ, ਧਮ ਗਏ ਪੁਛਤਾਵਤ ਹੈ। ਹੁਣ ਘਬਰਾਉਂਦੇ ਆ ਵੀ ਅਸੀਂ ਕਿੱਥੇ ਇਹਨਾਂ ਨੂੰ ਹੱਥ ਪਾ ਲਿਆ। ਜਦੋਂ ਕੋਈ ਗਿੱਜਿਆ ਕਈ ਵਾਰੀ ਨਾ ਬੰਦਾ ਗਿੱਜਿਆ ਵੀ ਹੁਣ ਲੋਕ ਤਾਂ ਮੈਥੋਂ ਡਰਨ ਲੱਗ ਪਏ, ਹੁਣ ਤਾਂ ਉਹ ਵੀ ਡਰ ਗਿਆ, ਉਹ ਵੀ ਡਰ ਗਿਆ। ਤੇ ਕਈ ਵਾਰੀ ਇਹੋ ਜਿਹੇ ਥਾਂ ਤੇ ਗਿੱਜਿਆ ਹੱਥ ਪਾ ਬੈਂਦਾ, ਫਿਰ ਕੰਨਾਂ ਨੂੰ ਹੱਥ ਲਾਉਂਦਾ ਵੀ ਆ ਤਾਂ ਕੰਮ ਗਲਤ ਕਰ ਲਿਆ ਮੈਂ। ਤੇ ਇਸ ਤਰ੍ਹਾਂ ਗੁਰੂ ਪਿਆਰਿਓ, ਗੁਰੂ ਕੀਆਂ ਫੌਜਾਂ ਨੂੰ ਜਦੋਂ ਕੋਈ ਹੱਥ ਪਾਉਂਦਾ ਹੈ ਨਾ, ਫਿਰ ਮਗਰੋਂ ਪਛਤਾਉਂਦਾ ਹੈ। ਤੇ ਚਾਹੇ ਤੁਸੀਂ ਇਤਿਹਾਸ ਅੱਜ ਦਾ ਵੇਖ ਲਓ, ਚਾਹੇ ਵਰਤਮਾਨ ਦੇਖ ਲਓ, ਤੇ ਚਾਹੇ ਪਿਛਲਾ ਇਤਿਹਾਸ ਦੇਖ ਲਓ। ਅਹਿਮਦ ਸ਼ਾਹ ਅਬਦਾਲੀ ਵੀ ਕਹਿੰਦਾ, ਮੈਂ 16-17 ਵਾਰੀ ਭਾਰਤ ਲੁੱਟਿਆ, ਕੋਈ ਮੇਰੇ ਮੂਹਰੇ ਅੜਿਆ ਨਹੀਂ। ਇਹ ਕੌਣ ਹੈ ਜਿਹੜੇ ਮੈਨੂੰ ਅੱਜ ਰਾਤ ਨੂੰ ਲੁੱਟ ਕੇ ਲੈ ਗਏ, ਤੇ ਨਾਲੇ ਸਾਰਾ ਸਮਾਨ ਖੋਹ ਕੇ ਲੈ ਗਏ, ਤੇ ਨਾਲੇ ਜਿਹੜਾ ਉਹ ਗੇਟ ਸੀ ਇਹਨਾਂ ਦੇ ਵੱਡੇ ਮੰਦਰ ਦਾ, ਉਹ ਖੋਹ ਕੇ ਲਿਆਂਦਾ ਇਹਨਾਂ ਦੇ ਕੋਲੋਂ ਗੁਰੂ ਪਿਆਰਿਓ। ਤੇ ਨਾਲੇ ਕੁੜੀਆਂ ਨੂੰ ਛੜਾ ਕਰਕੇ ਉਹਨਾਂ ਦੇ ਘਰਾਂ ਨੂੰ ਭਜਾਇਆ। ਤੇ ਫਿਰ ਕਿਸੇ ਨੇ ਦੱਸਿਆ ਇਹਨਾਂ ਨੂੰ ਸਿੰਘ ਕਹਿੰਦੇ ਆ, ਵੈਸੇ ਹਿੰਦੀ 'ਚ ਕਹਿੰਦੇ ਆ ਇਹ ਸਿੱਖ ਹੋਤੇ ਆ। ਸਿੱਖ ਇਹ ਕੌਣ ਹੈ? ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ। ਇਹ ਇੰਨੇ ਤਾਕਤਵਰ ਹੋ ਗਏ, ਇਹ ਜ਼ਰੂਰ ਇੱਕ ਦਿਨ ਰਾਜ ਕਰਨਗੇ। ਇਹ ਕਿੱਥੇ ਰਹਿੰਦੇ ਐ? ਇਹ ਘੋੜਿਆਂ ਦੀਆਂ ਕਾਠੀਆਂ 'ਚ ਰਹਿੰਦੇ ਆ, ਜੰਗਲਾਂ 'ਚ ਹੀ ਰਹਿੰਦੇ ਐ। ਇੰਨੀ ਤਾਕਤ ਕਿੱਥੋਂ ਲੈਂਦੇ ਐ? ਕਹਿੰਦੇ ਇਹਨਾਂ ਦਾ ਇੱਕ ਧਾਰਮਿਕ ਸਥਾਨ ਹੈ, ਉੱਥੇ ਅੰਮ੍ਰਿਤ ਸਰੋਵਰ ਹੈ। ਕਹਿੰਦੇ ਜਦੋਂ ਉਹ 'ਚ ਇਸ਼ਨਾਨ ਕਰਦੇ ਆ ਤੇ ਜਲ ਛਕ ਲੈਂਦੇ ਆ ਨਾ, ਇਹ ਫੇਰ ਤਰੋ ਤਾਜ਼ਾ ਹੋ ਕੇ ਲੜਨ ਲੱਗ ਜਾਂਦੇ ਨੇ। ਤੇ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਇਹ ਜ਼ਰੂਰ ਇੱਕ ਦਿਨ ਰਾਜ ਖੋਣਗੇ ਸਾਡੇ ਕੋਲੋਂ, ਜਿਨ੍ਹਾਂ ਨੇ ਸਾਡਾ ਰਾਹ ਰੋਕਿਆ ਹੈ। ਇਸ ਤਰ੍ਹਾਂ ਗੁਰੂ ਪਿਆਰਿਓ, ਅੱਜ ਉਹ ਗੁੱਜਰ ਤੇ ਰੰਗੜ ਵੀ ਕੰਨ ਫੜਦੇ ਐ। ਕਹਿੰਦੀ ਅਸੀਂ ਤਾਂ ਇਹਨਾਂ ਦੀ ਸੰਗਤ ਨੂੰ ਲੁੱਟ ਕੇ ਬਹੁਤ ਗਲਤ ਥਾਂ ਹੱਥ ਪਾ ਲਿਆ, ਹੁਣ ਇਹਨਾਂ ਤੋਂ ਕਿਵੇਂ ਖਹਿੜਾ ਚਲਾਈਏ? ਅਸੀਂ ਕਿਲੇ ਦੇ ਵਿੱਚ ਬੈਠੇ ਆ, ਅੱਜ ਜਿਵੇਂ ਦਿੱਲੀ ਘੇਰੀ ਹੋਈ ਹੈ, ਤੇ ਸਿੱਖ ਜਿਹੜੇ ਹਨ ਬਾਹਰੋਂ ਕਿਲੇ ਨੂੰ ਘੇਰ ਕੇ ਬੈਠੇ ਹਨ। ਹੁਣ ਅਸੀਂ ਕਿੱਧਰ ਜਾਈਏ? ਉਹ ਫਸੇ ਹੋਏ ਸੋਚਾਂ ਸੋਚਦੇ ਹਨ। कीन को काज महागुर को, तिसको फल सो दिखरावत है। ਅਸੀਂ ਤਾਂ ਲੋਕਾਂ ਦਾ ਲੁੱਟਿਆ ਸੀ, ਕਿਸੇ ਨੇ ਹੱਥ ਨਹੀਂ ਸੀ ਚੱਕਿਆ। ਸਿੱਖਾਂ ਨੂੰ ਲੁੱਟ ਕੇ, ਸਿੱਖਾਂ ਦੀ ਸੰਗਤ ਨੂੰ, ਗੁਰੂ ਸਾਹਿਬ ਦੀ ਸੰਗਤ ਨੂੰ ਲੁੱਟ ਕੇ ਬਹੁਤ ਮਾੜਾ ਕੀਤਾ ਹੈ। ਔਰ ਕੁਕਾਜ ਮਾੜਾ ਕੰਮ ਹੋ ਗਿਆ ਸਾਡੇ ਕੋਲੋਂ। ਤੇ ਸਿੰਘ ਜਿਹੜੇ ਹਨ ਹੁਣ ਘੇਰਾ ਪਾ ਕੇ ਬੈਠੇ ਐ। ਹੁਣ ਸਾਡੀ ਕੀਤੀ ਦਾ ਫਲ ਸਾਨੂੰ ਭੋਗਣਾ ਹੀ ਪੈਣਾ। तीर चलावत बाद सुजावत, त्यों गुल काबर खावत है। ਔਰ ਇਸ ਤਰ੍ਹਾਂ ਇਹਨਾਂ ਦੇ ਕਿਲੇ ਵਿੱਚੋਂ ਛੱਡੇ ਹੋਏ ਤੀਰ ਗੋਲੀਆਂ ਸਿੰਘਾਂ ਦੇ ਲੱਗਦੇ ਨਹੀਂ। ਸਿੰਘ ਵੀ ਮੋਰਚਾ ਬੰਦੀ ਕਰਕੇ ਬੈਠ ਗਏ। बाचे छाए प्रभु के पौडना, एक तरोवर के तर होए। ਸਤਿਗੁਰਾਂ ਦੇ ਵਾਸਤੇ ਆਸਣ ਲਾ ਦਿੱਤਾ, ਉੱਥੇ ਇੱਕ ਦਰਖਤ ਦੇ ਹੇਠਾਂ ਪਲੰਘਾ ਲਾ ਦਿੱਤਾ ਹੈ ਜੀ। सिंह 25 पास तेरे गए, उत को सबदान खरोए। 25 ਸਿੰਘਾਂ ਨੇ ਸਤਿਗੁਰਾਂ ਦੇ ਕੋਲ ਪਹਿਰਾ ਲਾਇਆ, ਬਾਕੀਆਂ ਨੇ ਉਸ ਕਲਮੋਟ ਦੇ ਕਿਲੇ ਨੂੰ ਘੇਰਾ ਪਾਇਆ। और सबे पट घेर रहे गाडा, एक सुचेत करे एक सोए। ਔਰ ਕੋਈ ਆਰਾਮ ਕਰ ਰਿਹਾ ਹੈ ਤੇ ਕੋਈ ਸਚੇਤ ਹੋ ਕੇ ਪਹਿਰਾ ਦੇ ਰਿਹਾ ਜੀ। यावित जामन कीन बितावना, चार कटे अर दोष जोए। ਸੋ ਇਸ ਤਰ੍ਹਾਂ ਗੁਰੂ ਪਿਆਰਿਓ, ਇੱਕ ਪਹਿਰ ਰਾਤ ਰਹਿੰਦੀ ਹੈ, 4 ਘੜੀਆਂ ਦਿਨ ਚੜ੍ਹਨ ਵਾਲਾ ਹੈ। ਸਾਡੇ ਦਰਮਿਆਨ ਕੌਮ ਦੇ ਮਹਾਨ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਹੁੰਚੇ। ਇਹਨਾਂ ਦੇ ਆਉਣ ਤੇ ਜੈਕਾਰਾ ਛੱਡ ਗਏ। ਮੋਲੇ ਸੋ ਨਿਹਾਲ। श्री अकाल। ਮੈਂ ਬੇਨਤੀ ਕਰਾਂਗਾ ਭਾਈ ਬੂਟਾ ਸਿੰਘ ਜੀ ਨੂੰ ਕਿ ਮਹਾਂਪੁਰਸ਼ਾਂ ਨੂੰ, ਭਾਈ ਸਾਹਿਬ ਜੀ ਨੇ ਸਿਰੋਂ ਪਾਉ ਦੀ ਬਖਸ਼ਿਸ਼ ਕੀਤੀ ਜਾਵੇ ਗੁਰੂ ਘਰ ਵੱਲੋਂ। ਪ੍ਰੀਤਮ ਜੀ ਬਖਸ਼ਿਸ਼ ਕਰ ਰਹੇ ਹਨ
इयों पहर रात बाकी है और दिन चढ़न ही वाला है। व्यापित जामन कीर बतावना चार कटे हर दोष जोए। इस तरह गुरु प्यारिओ 4 घड़ियां दे बाद दिन चढ़न ही वाला है। संकन में पर फूक बजावता बाज उठ्यो रणजीत नगारा। इस तरह गुरु प्यारिओ दिन चढ़िया दूसरा ते रणजीत नगारे ते सतगुरां ने फिर चोट लाई है। वाहिगुरु जी की सो फतेह कह होत पे उत्साह उदारा। जदों खालसा जकारा छड़दा बोले सो निहाल सत श्री अकाल ते संगतां भी ਸਿੰਘਾਂ ਵਿੱਚ ਇੱਕ ਅਲੱਗ ਹੀ ਜੋਸ਼ ਆ ਜਾਂਦਾ ਹੈ। ਗੁਰੂ ਪਿਆਰਿਓ ਤੇ ਸਿੰਘਾਂ ਨੇ ਤੜਕੇ ਉੱਠ ਕੇ ਫਿਰ ਜਕਾਰਾ ਛੱਡਿਆ ਇਹਨਾਂ ਰੰਗੜਾਂ ਨੂੰ ਗੁਜਰਾਂ ਨੂੰ ਸੋਧਣ ਲਈ। पंच तो फंगन कीर तड़ाकना अंतर छोरत है डर तारा। ਇਸ ਤਰ੍ਹਾਂ ਸਿੰਘਾਂ ਨੇ ਫਿਰ ਪੁੰਜ ਹੁੰਦਾ ਇਕੱਠੀਆਂ ਕਰਕੇ ਬੰਦੂਕਾਂ ਜਦ ਚਲਾਉਣੀਆਂ ਕੀਤੀਆਂ। होए सुचेत स्नान करे कि ना केस सुधार बंदी दस्तारा। ਉੱਠੇ ਇੱਕ ਵਾਰੀ ਤਲਵਾਰਾਂ ਇਕੱਠੀਆਂ ਬੰਦੂਕਾਂ ਦਾ ਫੈਰ ਕੀਤੇ ਹਨ। ਸੜਕ ਛੱਡਣੀ ਇਹਨੂੰ ਕਹਿੰਦੇ ਆ। 20-25 ਬੰਦੂਕਾਂ ਇਕੱਠੀਆਂ ਚਲਾ ਦੇਣੀਆਂ। ਤਾਂ ਫਿਰ ਸਾਰੇ ਉੱਠੇ ਇਸ਼ਨਾਨ ਆਦਿ ਕਰਨ ਲੱਗੇ ਤਿਆਰ ਹੋਣ ਲੱਗੇ। ਫਿਰ ਦੂਸਰੇ ਦਿਨ ਕਿਸ ਤਰ੍ਹਾਂ ਇਹ ਕਿਲੇ ਦੇ ਵਿੱਚ ਵੜਦੇ ਆ ਤੇ ਕਿਵੇਂ ਉਹਨਾਂ ਰੰਗੜਾ ਗੁਜਰਾਂ ਨੂੰ ਇਹ ਸਜ਼ਾ ਦਿੰਦੇ ਆ ਜਿਨ੍ਹਾਂ ਨੇ ਰਸਤੇ ਵਿੱਚ ਆਉਂਦੀਆਂ ਸੰਗਤਾਂ ਨੂੰ ਲੁੱਟਿਆ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ। ਰਹਿੰਦੀ ਕਥਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व में दुख पंचन गुणतास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे हो बनहार। हे संत कै सदा संग दीदारा आधार। हे ठाकुर हो दास रो मैं निर्गुण गुण नहीं कोई। नानक दीजै नाम दान कोई परोए। आए प्रभु शरणागति कृपा नित दयाल। एक अखर हर मन बसत नानक होत निहाल। एक ओंकार सतगुरु प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा